ਵਾਹਿਗੁਰੂ। हर जस रे हर जस रे मना गाए ले जो संगी है तेरो अवसर बीत्यो जात है अवसर बीत्यो जात है कहे ओ मान ले मेरो चेतना है तो चेत ले निस दिन में है प्राणी निस दिन में है प्राणी छिन छिन औद बेहात है फूटे कट ज्यों पानी भलिया पुरुषां दियां यादां भलिया पुरुषां दियां यादां दुनिया ते रहन गियां भलिया पुरुषां दियां यादां दुनिया ते रहन गियां भलिया पुरुषां दियां यादां ਉਹਨਾਂ ਦੀ ਯਾਦਗਾਰ ਦੇ ਮੇਲੇ ਪੈ ਲੱਗਦੇ ਨੇ ਫੁੱਲਾਂ ਦੀ ਵਰਖਾ ਹੁੰਦੀ ਦੀਵੇ ਪੈ ਜਗਦੇ ਨੇ ਉਹਨਾਂ ਦੀ ਯਾਦਗਾਰ ਦੇ ਮੇਲੇ ਪੈ ਲੱਗਦੇ ਨੇ ਫੁੱਲਾਂ ਦੀ ਵਰਖਾ ਹੁੰਦੀ ਦੀਵੇ ਪੈ ਜਗਦੇ ਨੇ ਗਾਉਣਗੇ ਢਾਡੀ ਵਾਰਾਂ ਗਾਉਣਗੇ ਢਾਡੀ ਵਾਰਾਂ ਸੰਗਤਾਂ ਜੁੜ ਪੈਣਗੀਆਂ ਭਲਿਆ ਪੁਰਸ਼ਾਂ ਦੀਆਂ ਯਾਦਾਂ ਦੁਨੀਆ ਤੇ ਰਹਿਣਗੀਆਂ ਭਲਿਆ ਪੁਰਸ਼ਾਂ ਦੀਆਂ ਯਾਦਾਂ
ਕਰਦਾ ਹੈ। ਕੜਿਆ ਜੋ ਫੁੱਟਦਾ ਵੀ ਹੈ, ਜੰਮਿਆ ਜੋ ਮਰਦਾ ਹੈ। ਜ਼ਿੰਦਗੀ ਦਾ ਸਫ਼ਰ ਆਦਮੀ ਲਿਖਿਆ ਜੋ ਕਰਦਾ ਹੈ। ਕੜਿਆ ਜੋ ਫੁੱਟਦਾ ਵੀ ਹੈ, ਜੰਮਿਆ ਜੋ ਮਰਦਾ ਹੈ। ਹੰਝੂਆਂ ਦੀਆਂ ਨਦੀਆਂ ਨਾ ਪਰ, ਹੰਝੂਆਂ ਦੀਆਂ ਨਦੀਆਂ ਨਾ ਪਰ, ਹਰ ਇੱਕ ਲਈ ਵਹਿਣਗੀਆਂ ਭਲਿਆਂ ਪੁਰਸ਼ਾਂ ਦੀਆਂ ਯਾਦਾਂ। ਹਾਂ ਦੁਨੀਆ ਤੇ ਰਹਿਣਗੀਆਂ ਭਲਿਆਂ ਪੁਰਸ਼ਾਂ ਦੀਆਂ ਯਾਦਾਂ। ਦੁਨੀਆ ਦੀ ਖਾਤਰ ਕੋਈ ਆਪਣਾ ਸੁਖ ਵਾਰੇ ਜੋ, ਆਪਣਾ ਵਿਗੜੇ ਕਾਰਜ ਦੂਜੇ ਦਾ ਸਵਾਰੇ ਜੋ। ਦੁਨੀਆ ਦੀ ਖਾਤਰ ਕੋਈ ਆਪਣਾ ਸੁਖ ਵਾਰੇ ਜੋ, ਆਪਣਾ ਵਿਗੜੇ ਕਾਰਜ ਦੂਜੇ ਦਾ ਸਵਾਰੇ ਜੋ। ਉਸ ਦੀ ਨੇਕੀ ਦੀਆਂ ਸਿਖਰਾਂ, ਉਸ ਦੀ ਨੇਕੀ ਦੀਆਂ ਸਿਖਰਾਂ ਤਾਹੇ ਨਾ ਟਹਿਣਗੀਆਂ ਭਲਿਆਂ ਪੁਰਸ਼ਾਂ ਦੀਆਂ ਯਾਦਾਂ। ਦੁਨੀਆ ਤੇ ਰਹਿਣਗੀਆਂ ਭਲਿਆਂ ਪੁਰਸ਼ਾਂ ਦੀਆਂ ਯਾਦਾਂ। ਸਾਰਾ ਹੀ ਜੀਵਨ ਜਿਸ ਦਾ ਲੋਕਾਂ ਲਈ ਹੰਡਿਆ ਹੈ। ਜਿਸਨੇ ਬੜੂ ਸਾਹਿਬ ਵਾਲਿਆ ਚਾਨਣ ਹੀ ਵੰਡਿਆ ਹੈ। ਸਾਰਾ ਹੀ ਜੀਵਨ ਜਿਸ ਦਾ ਲੋਕਾਂ ਲਈ ਹੰਡਿਆ ਹੈ। ਜਿਸਨੇ ਬੜੂ ਸਾਹਿਬ ਵਾਲਿਆ ਚਾਨਣ ਹੀ ਵੰਡਿਆ ਹੈ। ਸੱਥਾਂ ਵਿੱਚ ਸਦਾ ਹੀ ਬਾਤਾਂ, ਸੱਥਾਂ ਵਿੱਚ ਸਦਾ ਹੀ ਬਾਤਾਂ ਉਸੇ ਦੀਆਂ ਪੈਣਗੀਆਂ ਭਲਿਆਂ ਪੁਰਸ਼ਾਂ ਦੀਆਂ ਯਾਦਾਂ। ਦੁਨੀਆ ਤੇ ਰਹਿਣਗੀਆਂ ਭਲਿਆਂ ਪੁਰਸ਼ਾਂ ਦੀਆਂ ਯਾਦਾਂ। ਹਾਂ ਦੁਨੀਆ ਤੇ ਰਹਿਣਗੀਆਂ ਭਲਿਆਂ ਪੁਰਸ਼ਾਂ ਦੀਆਂ ਯਾਦਾਂ। ਹਾਂ ਦੁਨੀਆ ਤੇ ਰਹਿਣਗੀਆਂ ਭਲਿਆਂ ਪੁਰਸ਼ਾਂ ਦੀਆਂ ਯਾਦਾਂ। ਹਾਂ ਦੁਨੀਆ ਤੇ ਰਹਿਣਗੀਆਂ ਭਲਿਆਂ ਪੁਰਸ਼ਾਂ ਦੀਆਂ ਯਾਦਾਂ। ਯਾਦਾਂ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਕਹੋ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤ। ਜੁਗੋ ਜੁਗ ਅਟਲ ਗੁਰੂ ਗਰੀਬ ਨਿਵਾਜ ਚਵਰ ਛਤਰ ਤਖਤ ਸਿੰਘਾਸਨ ਕੇ ਮਾਲਕ। ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਓਂ ਕਾ ਆਸਰਾ ਸ਼ਬਦ ਗੁਰੂ। ਗੁਰਗੱਦੀ ਪਰ ਬਿਰਾਜਮਾਨ ਸੁਭਾਏਮਾਨ ਪ੍ਰਕਾਸ਼ਮਾਨ, ਜਾਹਰ ਪੀਰ ਜਗਤ ਗੁਰ ਬਾਬਾ ਸ਼ਬਦ ਗੁਰੂ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬਹੁ ਆਨੰਦ ਸ਼ਬਦ ਗੁਰੂ। ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਰਾਜਾਨ ਰਾਜ, ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਹਲਤ ਪਲਤ ਦੇ ਰਾਖੇ ਲੋਕ ਪਰਲੋਕ ਦੇ ਸਹਾਇਕ। ਸਮੁੱਚੀ ਮਾਨਵਤਾ ਦੇ ਸਾਂਝੇ ਰਹਿਬਰ, ਕਲਯੁਗੀ ਜੀਵਾਂ ਦੇ ਉਦਾਰ ਕਰਤਾ, ਕਲਿਆਣ ਕਰਤਾ, ਨਾਮ ਬਾਣੀ ਕੇ ਬੋਹਿਤ ਸ਼ਬਦਾ ਅਵਤਾਰ। ਧੰਨ 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 ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ। ਦੀਨਾਨਾਥ ਸਤਿਗੁਰੂ ਦੀ ਪਾਵਨ ਅਤੇ ਪਵਿੱਤਰ ਬਾਰਗਾਹ ਦੇ ਅੰਦਰ ਬੜੀ ਸ਼ਰਧਾ, ਬੜੀ ਭਾਵਨਾ, ਬੜੀ ਸ਼ਿੱਦਤ ਮੁਹੱਬਤ ਦੇ ਨਾਲ, ਨੇਮ ਪ੍ਰੇਮ ਦੇ ਨਾਲ, ਉਤਸ਼ਾਹ ਉਮਾਹ ਦੇ ਨਾਲ ਦੂਰੋਂ ਨੇੜਿਓਂ ਚੱਲ ਕੇ ਗੁਰੂ ਦਰਬਾਰ ਵਿੱਚ ਪਹੁੰਚੇ ਅਤੇ ਜੁੜ ਮਿਲ ਬੈਠ ਕੇ ਗੁਰੂ ਰੂਪ, ਗੁਰੂ ਪਿਆਰੇ, ਗੁਰੂ ਸਵਾਰੇ, ਗੁਰੂ ਖਾਲਸਾ ਸਾਧ ਸੰਗਤ ਜੀ। ਆਓ ਸਾਰੀ ਸੰਗਤ ਸਤਿਗੁਰੂ ਜੀ ਦੇ ਸਤਿਕਾਰ ਵਿੱਚ ਦੋਵੇਂ ਹੱਥ ਜੋੜ ਕੇ ਸੀਸ ਝੁਕਾਈਏ। ਰਸਨਾ ਫਤਿਹ ਦੇ ਸਿਮਰਨ ਨਾਲ ਪਵਿੱਤਰ ਕਰਦੇ ਹੋਏ ਇੱਕ ਵਾਰ ਕਹਿਣ ਤੇ ਸਾਰੀ ਸੰਗਤ ਗਰੀਬ ਨਵਾਜ ਜੀ ਨੂੰ ਸੀਸ ਝੁਕਾ ਕੇ ਫਤਿਹ ਅਰਜ ਕਰੀਏ। ਪਿਆਰ ਸਹਿਤ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਜਿਉ ਬੁਲਾਵੇ ਕਿ ਤਿਉ ਬੋਲਾ ਹੈ, ਸੁਆਮੀ ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਿਗੁਰਾਂ ਨੇ ਮਹਾਨ ਰਹਿਮਤ ਕੀਤੀ ਹੈ, ਦਇਆ ਕੀਤੀ ਹੈ। ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਸਾਨੂੰ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਵੱਡੇ ਭਾਗ ਹਨ ਜੋ ਸਾਨੂੰ ਤੁਹਾਨੂੰ ਸਭ ਨੂੰ ਸਤਸੰਗਤ ਦੀ ਪ੍ਰਾਪਤੀ ਹੋਈ ਹੈ। 3 ਰੋਜ਼ਾ ਮਹਾਨ ਗੁਰਮਤਿ ਸਮਾਗਮ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਤਿਕਾਰਯੋਗ ਨਗਰ ਨਿਵਾਸੀ ਸਾਧ ਸੰਗਤ ਦੇ ਉਦਮ ਉਪਰਾਲੇ ਨਾਲ, ਪ੍ਰਬੰਧਕ ਵੀਰਾਂ ਦੇ ਉਦਮ ਉਪਰਾਲੇ ਨਾਲ, ਸਿੱਖ ਪੰਥ ਦੇ ਮਹਾਨ ਵਿਦਵਾਨ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਗਿਆਨੀ ਬਲਵੀਰ ਸਿੰਘ ਜੀ ਯੂਕੇ ਵਾਲੇ, ਉਹਨਾਂ ਦੇ ਉਦਮ ਉਪਰਾਲੇ ਸਦਕਾ ਦਮਦਮੀ ਟਕਸਾਲ ਈਸਟ ਲੰਡਨ ਤੋਂ ਗੁਰੂ ਪਿਆਰੀਆਂ ਸੰਗਤਾਂ, ਉਹਨਾਂ ਦੇ ਉਦਮ ਉਪਰਾਲੇ ਸਦਕਾ ਰਲ ਮਿਲ ਕੇ ਆਪ ਜੀ ਨੇ ਇਹ 3 ਰੋਜ਼ਾ ਮਹਾਨ ਗੁਰਮਤਿ ਸਮਾਗਮ ਉਲੀਕੇ ਹੈ। 3 ਦਿਨ ਵੱਡੀ ਗਿਣਤੀ ਵਿੱਚ ਆਪ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਬੇਅੰਤ ਪੰਥ ਦੀਆਂ ਸਤਿਕਾਰਯੋਗ ਸ਼ਖਸੀਅਤਾਂ ਨੇ ਹਾਜ਼ਰੀਆਂ ਭਰੀਆਂ ਨੇ ਪਿਛਲੇ ਦਿਨਾਂ ਅੰਦਰ, ਅਤੇ ਹੁਣ ਵੀ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਸਤਿਕਾਰਯੋਗ ਮਹਾਂਪੁਰਸ਼ ਸਟੇਜ ਉੱਤੇ ਸੁਭਾਇਮਾਨ ਨੇ। ਦੂਰੋਂ ਨੇੜਿਓਂ ਚੱਲ ਕੇ ਜਿਤਨੀਆਂ ਵੀ ਸਤਿਕਾਰਯੋਗ ਸ਼ਖਸੀਅਤਾਂ, ਸਤਿਕਾਰਯੋਗ ਬਾਬਾ ਸੱਜਣ ਸਿੰਘ ਜੀ ਬੇਰ ਸਾਹਿਬ ਵਾਲੇ, ਉਹ ਵੀ ਪਹੁੰਚੇ ਨੇ। ਪ੍ਰਬੰਧਕਾਂ ਦੇ ਪਿਆਰ ਭਰੇ ਸੱਦੇ ਨੂੰ ਕਬੂਲਦਿਆਂ ਹੋਇਆਂ ਉਹਨਾਂ ਮਹਾਂਪੁਰਸ਼ਾਂ ਨੂੰ ਵੀ ਜੀ ਆਇਆਂ। ਅਤੀ ਸਤਿਕਾਰਯੋਗ ਬਾਬਾ ਭੁਪਿੰਦਰ ਸਿੰਘ ਜੀ ਸਦਰ ਵਾਲੇ ਨਗਰ ਤੋਂ, ਬੜਾ ਵੱਡਾ ਸਥਾਨ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਉੱਥੇ ਸੁਭਾਇਮਾਨ ਹੈ, ਸੇਵਾ ਕਰਵਾ ਰਹੇ ਨੇ। ਸਮੁੱਚੇ ਜਥੇ ਦੇ ਸਮੇਤ ਪਹੁੰਚੇ ਨੇ, ਉਹਨਾਂ ਨੂੰ ਵੀ ਜੀ ਆਇਆਂ। ਜਿਤਨੀਆਂ ਸ਼ਖਸੀਅਤਾਂ ਬਿਰਾਜਮਾਨ ਨੇ ਸਟੇਜ ਉੱਤੇ, ਗੁਰੂ ਦਰਬਾਰ ਵੱਲੋਂ ਜੀ ਆਇਆਂ। ਆਓ ਸਾਰੀ ਸਾਧ ਸੰਗਤ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ। ਕੁਝ ਕਹਿਣ ਦੀ ਅਸੀਸ ਪ੍ਰਦਾਨ ਕਰਦੇ ਹੋਏ ਪਿਆਰ ਸਹਿਤ ਆਖੋ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਅੰਮ੍ਰਿਤਮਈ ਜੀਵਨੀ ਵਿੱਚੋਂ ਪਵਿੱਤਰ ਬਾਤਾਂ ਸਤਿਕਾਰਯੋਗ ਗਿਆਨੀ ਜੀ ਹੋਰੀ ਆਪ ਜੀ ਨੂੰ ਸਰਵਣ ਕਰਵਾ ਕੇ ਹਟੇ ਨੇ। ਬੜੇ ਪਿਆਰ ਨਾਲ ਆਪ ਜੀ ਨੇ ਗੁਰ ਕੀ ਮਹਿਮਾ ਸਰਵਣ ਕੀਤੀ ਹੈ। ਮੁਬਾਰਕ ਨਗਰੀ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ, ਜਿੱਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਗਮਨ ਹੋਇਆ। ਹਰਮੰਦਰ ਸਾਹਿਬ ਜੀ ਦੀ ਪਵਿੱਤਰ ਵੱਡਿਆਂ ਭਾਗਾਂ ਵਾਲੀ ਉਹ ਪਰਿਕਰਮਾ ਹੈ, ਜਿੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮੁਬਾਰਕ ਚਰਨ ਪਏ। ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਅੰਦਰ ਆਪਣੇ ਗੁਰਦੇਵ ਪਿਤਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਨਾਲ ਬੈਠ ਕੇ ਸਤਿਗੁਰੂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਦੇ ਰਹੇ। ਆਪਣੇ ਤੋਂ ਕੋਈ ਬਹੁਤੀ ਦੂਰ ਬਾਬਾ ਬਕਾਲਾ ਸਾਹਿਬ ਨਗਰ ਨਹੀਂ, ਬਿਲਕੁਲ ਨਜ਼ਦੀਕ ਹੈ। ਬਾਬਾ ਬਕਾਲਾ ਸਾਹਿਬ ਵਾਲੇ ਪਵਿੱਤਰ ਸਥਾਨ ਉੱਤੇ ਬੀਬੀ ਨਾਨਕੀ ਜੀ ਦਾ, ਜਿਨ੍ਹਾਂ ਨੂੰ ਆਪਾਂ ਸਤਿਕਾਰ ਨਾਲ ਮਾਤਾ ਨਾਨਕੀ ਜੀ ਕਹਿੰਦੇ ਹਾਂ, ਮਾਤਾ ਨਾਨਕੀ ਜੀ ਦਾ ਪਾਵਨ ਉਗ੍ਰਹਿ ਹੈ ਬਾਬਾ ਬਕਾਲਾ ਨਗਰ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਜੀਵਨ ਦੇ 26 ਸਾਲ 9 ਮਹੀਨੇ 13 ਦਿਨ ਹਜ਼ੂਰ ਨੇ ਇੱਥੇ ਜੀਵਨ ਦਾ ਸਮਾਂ ਬਤੀਤ ਕੀਤਾ। ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓਂ ਬਣ ਆਈ। ਗੁਰਗੱਦੀ ਤੇ ਇੱਥੇ ਬਿਰਾਜਮਾਨ ਹੋਏ ਸਨ 1665 ਈਸਵੀ ਦੇ ਮਾਰਚ ਮਹੀਨੇ ਵਿੱਚ। ਇਸੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ 9ਵੇਂ ਪਾਤਸ਼ਾਹ ਗੁਰਗੱਦੀ ਤੇ ਬਿਰਾਜਮਾਨ ਹੋਏ। ਆਪ ਜੀ ਨੇ ਜੰਗਾਂ ਦਾ ਵੀ ਵੇਰਵਾ ਸਰਵਣ ਕੀਤਾ ਹੈ। ਕਰਤਾਰਪੁਰ ਦੀ ਜੰਗ ਵਿੱਚ ਉਹਨਾਂ ਨੇ ਹਿੱਸਾ ਲਿਆ। ਫਗਵਾੜੇ ਦੇ ਬਿਲਕੁਲ ਨਜ਼ਦੀਕ ਹੈ ਪਲਾਈ ਸਾਹਿਬ, 6ਵੇਂ ਪਾਤਸ਼ਾਹ ਜੀ ਦੀ ਜਿਹੜੀ 5ਵੀਂ ਜੰਗ ਹੋਈ ਉੱਥੇ, ਉਸ ਜੰਗ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਹਿੱਸਾ ਲਿਆ। ਇਹਨਾਂ 2 ਜੰਗਾਂ ਵਿੱਚ ਵੀ ਉਹਨਾਂ ਨੇ ਆਪਣੀ ਵੀਰਤਾ ਦੇ ਜੌਹਰ ਵਿਖਾਏ। ਬੜਾ ਲੰਮਾ ਸਮਾਂ ਭਗਤੀ ਇਬਾਦਤ ਵੀ ਉਹਨਾਂ ਨੇ ਬਾਬਾ ਬਕਾਲਾ ਸਾਹਿਬ ਵਿਖੇ ਕੀਤੀ। ਗੁਰੂ ਹਰਿਰਾਏ ਸਾਹਿਬ ਜੀ ਦੇ ਕਹਿਣ ਉੱਤੇ ਗੁਰੂ ਪਦਵੀ ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਉਹਨਾਂ ਨੇ ਸਿੱਖੀ ਪ੍ਰਚਾਰ ਵੀ ਕੀਤਾ ਬੜਾ ਵੱਡਾ। ਉਸ ਤੋਂ ਬਾਅਦ ਗੁਰਗੱਦੀ ਉੱਤੇ ਬਿਰਾਜਮਾਨ ਹੋ ਕੇ ਮਹਾਰਾਜ ਨੇ ਜਿੱਥੇ ਆਪਣੇ ਜੀਵਨ ਵਿੱਚ ਨਗਰ ਵਸਾਇਆ, ਜਿਹਦਾ ਨਾਮ ਹੈ ਚੱਕ ਨਾਨਕੀ। ਚੱਕ ਨਾਨਕੀ ਨਗਰ ਦਾ ਨਾਮ ਹੀ ਬਾਅਦ ਵਿੱਚ ਸਾਧ ਸੰਗਤ ਸ਼੍ਰੀ ਅਨੰਦਪੁਰ ਸਾਹਿਬ ਪ੍ਰਚਲਿਤ ਹੋਇਆ। ਇਹ ਸਾਰਾ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਕਿ ਪੰਥ ਦੇ ਮਹਾਨ ਵਿਦਵਾਨ ਗਿਆਨੀ ਜੀ ਹੋਰਾਂ ਦੇ ਪਾਸੋਂ ਸਤਿਗੁਰੂ ਪਾਤਸ਼ਾਹ ਨਗਰ ਦੀਆਂ ਸੇਵਾਵਾਂ ਆਰੰਭ ਕਰਾ ਕੇ, ਨਗਰ ਦੀਆਂ ਸੇਵਾਵਾਂ ਸਤਿਗੁਰੂ ਪਾਤਸ਼ਾਹ ਜੀ ਨੇ ਆਰੰਭ ਕਰਾਈਆਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਜੀ ਦੀਆਂ। ਮਹਾਰਾਜ ਆਪ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਵੱਖ-ਵੱਖ ਧਾਰਮਿਕ ਸਥਾਨ ਜਿਹੜੇ ਬੜੇ ਮੰਨੇ ਹੋਏ ਸਨ ਤੇ ਵੱਡੀ ਗਿਣਤੀ ਵਿੱਚ ਲੋਕ ਉੱਥੇ ਆਇਆ ਕਰਦੇ ਸਨ। ਗੁਰਮਤਿ ਦਾ ਉਪਦੇਸ਼ ਦ੍ਰਿੜ ਕਰਵਾਉਣ ਵਾਸਤੇ ਮਹਾਰਾਜ ਗਿਆ ਵਿਖੇ ਗਏ, ਪ੍ਰਯਾਗ, ਇਲਾਹਾਬਾਦ। ਚਲਦੇ ਚਲਦੇ ਮਹਾਰਾਜ ਆਪਣੇ ਪਰਿਵਾਰ ਦੇ ਸਮੇਤ ਸ਼੍ਰੀ ਪਟਨਾ ਸਾਹਿਬ ਜੀ ਦੀ ਧਰਤੀ ਤੇ ਗੰਗਾ ਨਦੀ ਕਿਨਾਰੇ ਹਜ਼ੂਰ ਆਪਣਾ ਬਾਕੀ ਪਰਿਵਾਰ ਇੱਥੇ ਸਾਰਾ ਛੱਡ ਕੇ
कलगीधर पातशाह जी का आगमन होना है। बाकी सारा परिवार इत्थे छड्डिया, हजूर जी ने अगे प्रचार वास्ते चले गए। हजूर पातशाह चलते चलते पहुंचे ने आसाम की धरती ते। जिवें पंजाब दे विचों दी दरिया गुजरते हैं, इस तरह साध संगत आसाम दे विचों दी दरिया गुजरदा ब्रह्मपुत्र। ब्रह्मपुत्र दरिया के कंढे ते एक शहर है जिसका नाम है धुबरी। उन्होंने धोबड़ी भी कहा जाता है, श्री धोबड़ी साहिब भी कहा जाता है। सतगुरु गुरु तेग बहादुर महाराज श्री धोबड़ी साहिब वाले स्थान उत्ते बैठे ने। जिवें धन गुरु ग्रंथ साहिब महाराज जी का दरबार सजिया है ते महाराज तखत ते बैठ के दर्शन दे रहे हैं ते आप जी गुरु प्यारियां संगतां गुरु के प्यार भी चौंकड़े लगा के बैठे हो, सतगुरां दा दर्शन कर रहे हो, सत्संगत कर रहे हो, जीवन सफल बना रहे हो। इस तरह नौवें पातशाह का दरबार सजिया है, संगतां महाराज जी के दर्शन करके जीवन सफल बना रही ने। लागे एक शहर है गौरीपुर, उथों का राजा है राजा राम राय। नौवें पातशाह जी के दर्शन दीदारे करने वास्ते आया, सतगुरां नूं भेटा रखी, मत्था टेकिया, दर्शन किए, निहाल होया। सतगुरां नूं कुछ कहना चाहता है पर कह नहीं पा रहा। कट कट के अंतर की जानत भले बुरे की पीर पछाणत गुरु तेग बहादुर साहिब। महाराज ने बड़े प्यार नाल आवाज दे के आख्या, राजन जदों गुरु के दरबार विच आईए संगना नहीं चाहिए, जो मन विच होवे कह देना चाहिए। उठिया राजा, सतगुरां ने धीरज दित्ती, पा के गल विच पल्ला, अरजोई करन लग्या, महाराज मेरी उम्र आदियों वध बीत गई है, केस कालियों चिट्टे हो गए ने। महाराज तुहाडा बख्शिया राज भाग है, हीरे जवाहरात मानक मोती खजाने भरे पे ने, तंदुरुस्ती है, नौकर चाकर ने, होर घाट किसी चीज की नहीं। पर महाराज जे घाट है घर दे विच ते औलाद दी, ना कोई महाराज सानू मां प्यो कहण वाला है, ना साडे घर विच कोई धी है, ना पुत्र है। आप जी का बचन है, पुत्ती गंढ पवै संसार, पुत्रां ते धीआं नाल संसार नाल सांझ बनदी है। महाराज इसलिए तौ मैं आया, सरणी आया, भरोसा आया, कृपा आया, सगल द्वार का छड़ के गहे हो तुहारो द्वार, बाहें गहे की लाज अस गोबिंद दास तुहार। सुनिया सी तुहाडे दरबार तो कोई खाली नहीं जाता। महाराज मैं बड़े दरां ते गया हाँ, जे मैनू किसी ने कहा भी सैकड़े मील दूर करके पैंडा फलाने मंदिर भी जाके मत्था टेक के आओ, महाराज मैं मत्था टेकिया। महाराज असीं दान पुण्य कीते, असीं हवन कराए, न्याज़ां वंडियां, जो संसार दे रीति रिवाज सन सारे कीते। जे किसी ने कहा धौंकल दा टल चुम के आओ तो तुहाडी तमन्ना पूरी होएगी, तुहाडी इच्छा पूर्ति होएगी, तो महाराज असीं वो भी धर्म दा कारज निभाया। महाराज जे किसी ने कहा हजारां पौड़ियां चढ़ के फलाने पर्वत की चोटी ते मंदिर भी जाके मत्था टेके आओ, महाराज असीं हर हीला वरते है। पर गरीब नवाज किसी भी दारू ते साडी अरदास प्रवान नहीं हुई। सुनिया भी तुहाडे दरबार तो कोई खाली नहीं जाता, रहमत करो, तुहाडे दरबार की सोए सुन के, वडियाई सुन के तुहाडे चरनां विच आए हां, साडी संसार नाल सांझ बन जाए। तुहाडी बाणी दा वचन है, जां क्या कहे दरगाह चलै, तुहाडा कहा दरगाह तक चलदा। परमेश्वर दा तुसी रूप हो, इसलिए महाराज कृपा करो, साडी जड़ लग जाए, संसार नाल सांझ बन जाए। राजे ने भरियां होईयां अखां नाल ओहदी घरवाली रानी स्वर्णमती नाल खड़ी है, भरियां होईयां अखां नाल भरी संगत विच सतगुरां दे चरनां विच बेनती कीती। गुरु दे दरबार विच किसी गरीब दी अख विचों हंझू डिगे ते महाराज ओहदी अख विचों डिगण वाले हंझू नूं पानी समझ के अजाई नहीं जाण दिंदे, ओहनूं मोती समझ के ओहदी कीमत पा दिंदे ने। गुरु दे दरबार विच आके अगर कोई वैराग करे, विरलाप करे, अख विच हंझू आ जाए ते गरीब नवाज पातशाह रहमतां दे घर विच आके ओहदी झोली भर दिंदे ने। सतगुरां दे चरनां विच खड़ा है राजा, गोडे जमीन ते लाए, अपना मत्था महाराज जी दे गोडियां उत्ते रख के बड़े प्यार नाल अरजोई कर रहा, महाराज कृपा करो, साडी संसार नाल सांझ बन जाए। नौवें पातशाह दे चरनां विच बेनती कर रहा। दया दे घर विच आए नौवें पातशाह, हाथ विच महाराज जी दे एक मोर है, हजूर ने अपने कर कमलां नाल मोर ये छाप राजे दे मत्थे नाल छुआ के आख्या, राजन गुरु नानक दे दरों करों बख्शिशां नाल नवाजिया होया पुत्र तुहाडे घर विच जरूर पैदा होएगा। जदों महाराज ने अपनी रसना तो ये बचन कीते, राजा ते रानी नूं आख्या, उठो अपनी अखां दे हंझू पूंझ लवो। उन्हां दे सिर तो गमी दे बदल उड़ गए, खुशियां ने उन्हां दे घर विच डेरा लाया। गुरदेव ने अपनी मुबारक रसना तो कहा, सतगुरां ने कहा तुहाडे घर विच बख्शिशां नाल नवाजिया होया पुत्र जरूर पैदा होएगा। बाणी दा वाक है, हर जी बस गए साध की रसना। जे किसी ने पूछिया महाराज नूं, महाराज रब कित्थे वसदा है, रब दुनिया के किहड़े कोने विच वसदा, जिथे जाके उन्होंने मिल लईए, उहदे दर्शन कर लईए। महाराज ने कहा रब रब दे प्यारियां दी जिहबा उत्ते वसिया करदा है। रब दा वासा दुनिया के किसी कोने विच नहीं है, तां परमात्मा सारियां जगह उत्ते, पर परमात्मा साक्षात रूप विच अपने प्यारियां दी जिहबा उत्ते वसिया करदा है। हर जी बस के साध की रसना।
सतगुरां ने बचन कीते, राजा रानी प्रसन्न होए ते एक होर बेनती कर दी, महाराज अज साडे घर विच पुत्र पैदा हो जाए ते साडे मन विच किते दुविधा ना आ जाए भी फलाने थां ते भी अरदास कीती सी, किते उथों ना दात प्राप्त हो गई होवे, फलाने थां ते भी अरदास कीती सी, दान पुण्य कीते सी, हवन कराए सी, उथे ना बेनती मंजूर हो गई होवे। महाराज साडा भरोसा तुहाडे दर उत्ते बजे भी ये दात इस घर विचों प्राप्त होई है, इसलिए कोई निशानी महाराज दे दिओ। महाराज ने कहा असीं जाणदे हां, असीं पहलां जाणदे हां भी बड़े दरां तो फिर के तुसीं इस दरबार उत्ते आए हो। महाराज ने कहा इस गुरु नानक दे घर दी मोहर दे दर्शन करो, ये मोहर असीं तुहाडे मत्थे नाल छुहाई है राजन, इस मोहर दा निशान तुहाडे मत्थे ते नहीं पैगा। महाराज ने कहा मोहर जेड़ी मोहर है वो छुहाई तुहाडे मत्थे नाल है, निशान तुहाडे मत्थे ते नहीं पैगा। जेड़ा पुत्र तुहाडे घर विच पैदा होएगा ਉਹਦੇ मत्थे उत्ते धुर दरगाह तो ये मोहर दा निशान लग्या होएगा। गरीब नवाज पातशाह ने जदों ये बचन कीते सारी संगत हैरान हो गई। गुरुदेव ने आख्या मोहर छुहाई तुहाडे मत्थे नाल है पर निशान ਉਹਦੇ मत्थे ते पैगा जेड़ा तुहाडे घर विच पुत्र पैदा होएगा। आम तौर ते साध संगत पुराने समय दे विच जां हुण भी किते सरकारी दफ्तरां दे विच जदों कोई लिखत पढ़त कीती जांदी है, एक वाइट पेपर रखिया जाता है लिखत पढ़त करने वास्ते, ਉਹਦੇ थल्ले एक जिहड़ा है नीले रंग का पेपर स्याही वाला कागज रख लिया जाता है, लिखिया दूजे कागज ते जाता है ते निशान दूजे कागज उत्ते पै जाता है। महाराज ने कहा इसे तरह मोहर छुहाई तुहाडे मत्थे नाल है, निशान उस पुत्र दे मत्थे ते पैगा जिहड़ा तुहाडे घर विच पैदा होएगा। इस मोहर उत्ते एक ओंकार उकरिया होया है, पुत्र दे मत्थे दे दर्शन कर लेना, तुर दरगाह तो ਉਹਦੇ मस्तक उत्ते निशान उकरिया होएगा। राजा रानी ने सतगुरां दा शुकराना कीता, चले गए ने अपने ग्रह नूं, वाहिगुरू ने रहमत कीती उधरे माहे आए किया निवास, माता कह मन बहुत बिगास। रानी दी कुख नूं भाग लगे, ਉਹਨੇ गुरु गुरु जपिया, चुभी रखी सुरत प्रभ चरणन में है, वाहिगुरू दे चरनां विच ਉਹਨੇ अपना मन टिका के रखिया, भारी तपस्या कीती, वक्त अपनी चाले बीतदा गया। राजा ते रानी प्रभु दे शुकराने विच जुड़े रखे, अखीर सिक्का सिकदे सोचा सोचदे ओ वडभागी दिन आया जिस दिन अमृत वेले दे समय इन्हां दे घर विच एक पुत्र ने जन्म लिया। इन्हां नूं नौवें पातशाह जी दे वाक याद आए कि अपने पुत्र दे मत्थे दे दर्शन कर लेना। जदों इन्हां ने मस्तक दे दर्शन कीते, मस्तक दे सज्जे पासे जरा को उपरले पासे नूं ओ एक ओंकार दी मोहर झलकारे मार रही है, गुरु का बचन प्रतख झलकदा पिया। राजा ते रानी दी अखां छलक पईयां, सतगुरु तुहाडे कहे हुए बोल सच हो गए। इन्हां ने अपने पुत्र दे चरण फड़े, मत्थे ना लाए, आख्या पुत्र तू कोई आम बालक नहीं, तू गुरु नानक दे दरबार दी रहमत है, तू गुरु दे दरबार दी बख्शिश है। अपने पुत्र नूं जी आया कहंदे होया धन गुरु तेग बहादुर महाराज जी दा शुकराना। गौरीपुर दा राजा रतन राय रानी स्वर्णमती जिवें कर रहे ने, लंबे समय बाद घर विच किवें खुशियां दे वाजे वजे, शहनाइयां वजियां, रियासत दे लोग वधाइयां देण किवें आ रहे ने, गुरु की रहमत इस घर विच इउं वरती है। कृपा करी अकाल ने शुभ समा सुहाया, कृपा करी अकाल ने शुभ समा सुहाया। हाँ सुंदर ढलका मारता बेटा प्रगटाया, सुंदर ढलका मारदा बेटा प्रगटाया। जी राम राय नू चढ़ गया सीचा सवाया,
राम राय नू चढ़ के आसी चा सवाया ओदा नाम रतन चंद रख के दिल नू हर खाया नाम रतन चंद रख के दिल नू हर खाया जी लोकी देन मुबारका कुदरत दी माया लोकी देन मुबारका कुदरत दी माया ओना नामे नानक नूर दा लख शुक्र मनाया ओना नामे नानक नूर दा लख शुक्र मनाया लख शुक्र मनाया लख शुक्र मनाया अरदासां करन वाले भी सत संगत बहुत ने अरदासां कराउण वाले भी बहुत ने पर विश्वास वाला श्रद्धालु अरदास कराउण वाला ये भी कोई विरला विरला होएगा पर अगों अरदास जी दे चरनां विच हो रही है धन गुरु तेग बहादुर महाराज जिन्हां दे चरनां विच अरदास होई उन्हां ने कोई गल्ली बाती नहीं जिवें धन सतगुरु गुरु हरगोबिंद साहिब पातशाह जी ने माता सुलखणी ने अरदास की ते हजूर ने आप अपनी कलम नाल अखर पा के दिते सन अरदास प्रवान करने वास्ते हजूर ने आप अपने मुबारक दस्त कमलों नाल हस्त कमलों नाल महाराज ने अखर पा के दिते ओदा भरोसा बजिया रखे गुरु ने तस्दीक कीता कि तुहाडी अरदास प्रवान हो गई इसे तरह नौवें पातशाह गुरु तेग बहादुर महाराज जी ने मोहर ला के सेवक की अरदास प्रवान की ते अज दात बख्शिश की परिवार ने सतगुरु का शुकराना किया नौवें पातशाह श्री आनंदपुर साहिब विखे ने आसाम दे विच गौरीपुर रियासत विच बैठा होया परिवार सतगुरां दा शुक्र कर रहा समा अपनी चाले चलता गया पुत्र नूं नाम उहदा रतन राय रखिया बड़े प्यार नाल अपने पुत्र की परवरिश की रीझां नाल पालिया गुरमत की गुड़ती दी गुरु नानक साहब जी दीयां बातां धन गुरु अर्जन देव पातशाह जी की शहादत मीरी पीरी दीयां जंगां ये कोल बैठा के अपने पुत्र नूं सुणाइयां आपस विच विचार की जदों में गुरु दे इतिहास की सत्संगत बच्चे का जोड़ा पहला स्कूल है वह घर है बच्चे के पहले अध्यापक वो माँ बाप ने माँ बाप गुरु घर के प्रीतवान ने इतिहास की बात पाते ने गुरु की बाणी का जाप करते हैं बच्चे उत्ते उदा का प्रभाव पिया समा अपनी चाले चलता जिमें भी रतन राय वड्डा होया चौंकड़ा मार के बैठदा तपस्या करदा बंदगी करदा फिर पिता इनू अपने नाल लेके जाता है अपने राज दरबार विच पिता दे नाल तखत दे लागे बैठ के ये वेखदा है मेरा पिता किवें लोकां दी अगवाई करदा है किवें प्रजा नाल मुहब्बत करदा है किवें इंसाफ करदा है ते किवें प्रजा मेरे पिता नूं मुहब्बत करदी है उहदे विच गुण की ने इहदे विच दया है धर्म है धीरज है सत ते संतोख ने रब्बी गुण ने धर्म दा तराजू है इसलिए प्रजा दे दिलां विच वसिया होया है मेरा पिता ते उहदा इंसाफ उहदा राज ये शुभ गुण अपने पिता वाल वेख के ग्रहण कीते वक्त अपनी चाले चलता गया पिता ने जो कुछ उहदे कोल सी रफ्तार दस्तार गुफ्तार रहनी बहनी कहनी सहनी बड़ी जल्दी नाल अपने पुत्र की झोली विच पाई बड़े अरदासां नाल गुरु दे कोलों पुत्र की दात लई पर सात संगत राजा राम राय नूं वक्त इन्ना ना मिलिया भी वह लम्मा समा अपने पुत्र नाल बतीत कर सके अजे 7 साल की उम्र सी रतन राय की जदों राम राय का आखिरी वक्त आ गया उन्हें अंतिम बिस्तर उत्ते पिया अपनी धर्म पत्नी नूं कोल बुला के आख्या भगवान मेरे हृदय विच जो जीवन का तजर्बा सी जो गुण सन जो मैं जिंदगी विच सिक्खिया मैं अपने पुत्र की झोली विच पा चलिया हाँ हुण तेरी जिम्मेवारी है ये हृदय विचों गुरु नानक की सिक्खी का दीवा बुझे ना ये जगदा रहे इनू जोड़ी रखी है टुटे ना
ਇਹ ਤਖਤ ਉੱਤੇ ਬਹਿ ਕੇ ਨਿਆਂ ਕਰੇ, ਬੇਇਨਸਾਫੀ ਨਾ ਕਰੇ। ਧਰਮ ਪਤਨੀ ਨੇ ਆਖਿਆ, स्वामी प्राणनाथ, मेरा वाक है तुहाडे नाल, मेरा बचन है, ਇਹ ਰਹਿੰਦੀ ਉਮਰ ਗੁਰੂ ਨਾਨਕ ਦੇ ਦਰਬਾਰ ਦਾ ਸ਼ਰਧਾਲੂ ਬਣ ਕੇ ਰੱਖੇਗਾ। ਵਿਰਲੇ ਵਿਰਲੇ ਮਾਂ ਬਾਪ ਨੇ ਜਿਹੜੇ ਜੀਵਨ ਵਿੱਚ ਇਹ ਮਕਸਦ ਰੱਖਦੇ ਹੋਣ ਵੀ ਸਾਡੇ ਬੱਚੇ ਗੁਰੂ ਘਰ ਦੇ ਪ੍ਰੀਤਵਾਨ ਬਣੇ ਰਹਿਣ। ਅਸੀਂ ਕਹਿੰਦੇ ਹਾਂ ਬੱਚੇ ਨੌਕਰੀ ਕਰਨ, ਮਾਇਆ ਕਮਾਉਣ, ਸੁੱਖ ਦੀ ਜ਼ਿੰਦਗੀ ਬਤੀਤ ਕਰਨ, ਗੁਰੂ ਘਰ ਨਾਲ ਪ੍ਰੇਮ ਦਾ ਭਾਵ ਅਸੀਂ ਸਿਰਫ ਇਹਨਾਂ ਕਿ ਸਮਝਦੇ ਹਾਂ ਵੀ ਗੁਰਦੁਆਰੇ ਆਉਣਾ ਤੇ ਮੱਥਾ ਟੇਕਣਾ, ਪਰ ਗੁਰੂ ਦੇ ਨਾਲ ਪ੍ਰੀਤ ਦਾ ਭਾਵ ਹੈ ਵੀ ਅੰਮ੍ਰਿਤ ਪਾਨ ਕਰਕੇ ਗੁਰੂ ਕਾ ਸਿੱਖ ਬਣਨਾ, ਗੁਰਬਾਣੀ ਦੀ ਸੰਥਿਆ ਗੁਰੂ ਕਾ ਸਿੱਖ ਕਰੇ, ਗੁਰਬਾਣੀ ਦਾ ਸ਼ੁੱਧ ਪਾਠ ਕਰੇ, ਅਰਥ ਪੜ੍ਹੇ, ਸਾਰੀ ਉਮਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇੱਕ ਵਾਰ ਦਰਸ਼ਨ ਹਰ ਗੁਰੂ ਕਾ ਸਿੱਖ ਕਰੇ। ਅਸੀਂ ਬਾਹਰੀ ਤੌਰ ਤੇ ਜ਼ਰੂਰ ਦਰਸ਼ਨ ਕਰਦੇ ਹਾਂ, ਪਰ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 10 ਲੱਖ ਤੇ 24,000 ਅੱਖਰ ਨੇ ਮੁਬਾਰਕ ਸਤਿਗੁਰੂ ਜੀ ਦੇ। 36 ਮਹਾਂਪੁਰਖਾਂ ਦੀ ਬਾਣੀ 31 ਰਾਗਾਂ ਵਿੱਚ ਹੈ, 1430 ਅੰਗਾਂ ਵਿੱਚ ਮਹਾਰਾਜ ਜੀ ਦੀ ਬਾਣੀ ਹੈ। ਹਜ਼ੂਰ ਜੀ ਦੇ ਇੱਕ ਇੱਕ ਬਚਨ ਦੇ ਦਰਸ਼ਨ ਕਰਨੇ, ਇਹਦਾ ਭਾਵ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ। ਅਸੀਂ ਕੇਵਲ ਬਾਹਰੋਂ ਮੱਥਾ ਟੇਕਣ ਨੂੰ ਕਹਿੰਦੇ ਹਾਂ ਵੀ ਇਹ ਮੱਥਾ ਟੇਕਿਆ ਤੇ ਗੁਰੂ ਦੇ ਦਰਸ਼ਨ ਹੋ ਗਏ। ਮਹਾਰਾਜ ਨੇ ਇਹਨਾਂ ਬਾਹਰੀ ਦਰਸ਼ਨਾਂ ਨੂੰ ਨਹੀਂ ਮੰਨਿਆ। ਹਜ਼ੂਰ ਕਹਿੰਦੇ ਨੇ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਤੱਕ ਬੈਠੇਗਾ ਨਹੀਂ, ਸ਼ਬਦ ਪੜ੍ਹੇਗਾ ਨਹੀਂ, ਵਿਚਾਰੇਗਾ ਨਹੀਂ, ਹਿਰਦੇ ਵਿੱਚ ਵਸਾਏਗਾ ਨਹੀਂ ਤੇ ਕਮਾਏਗਾ ਨਹੀਂ, ਜੀਵਨ ਵਿੱਚ ਉਹਦਾ ਉਧਾਰ ਨਹੀਂ ਹੋ ਸਕੇਗਾ। ਹਰ ਮਾਂ ਬਾਪ ਨੂੰ ਇਹ ਯਤਨ ਕਰਨਾ ਚਾਹੀਦਾ ਹੈ। ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਵੱਲੋਂ ਬੜਾ ਵੱਡਾ ਯਤਨ ਕੀਤਾ ਜਾ ਰਿਹਾ ਹੈ। ਗੁਰਮਤਿ ਸਮਾਗਮ ਹੋ ਰਹੇ ਨੇ, ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾਂਦਾ ਹੈ, ਇਹ ਬੜਾ ਵੱਡਾ ਉਪਰਾਲਾ ਹੈ। ਰਾਜਾ ਰਾਮ ਰਾਏ ਅਕਾਲ ਚਲਾਣਾ ਕਰ ਗਏ, ਜ਼ਿੰਮੇਵਾਰੀ ਦੇ ਗਏ ਨੇ ਆਪਣੀ ਧਰਮ ਪਤਨੀ ਨੂੰ ਰਾਣੀ, ਇਹ ਜੁੜਿਆ ਰਹੇ ਗੁਰੂ ਦੇ ਚਰਨਾਂ ਨਾਲ। 7 ਸਾਲਾਂ ਦਾ ਪੁੱਤਰ ਸੀ ਰਾਜੇ ਦਾ। ਰਾਜੇ ਦੇ ਅਹਿਲਕਾਰਾਂ, ਦਰਬਾਰੀਆਂ, ਮੰਤਰੀਆਂ, ਸੰਤਰੀਆਂ ਨੇ ਵਿਚਾਰ ਕੀਤੀ ਵੀ ਬੱਚੇ ਦੀ ਉਮਰ ਭਾਵੇਂ 7 ਸਾਲ ਹੈ, ਪਰ ਇਹਦੇ ਵਿੱਚੋਂ ਪਿਤਾ ਦੀ ਝਲਕ ਪੈਂਦੀ ਹੈ, ਪਿਤਾ ਵਾਲੀ ਲਿਆਕਤ ਇਹਦੇ ਵਿੱਚੋਂ ਦਿਸਦੀ ਹੈ। ਇਹ ਦੂਰ ਅੰਦੇਸ਼ੀ ਵਾਲਾ ਹੈ, ਨੀਤੀਵਾਨ ਹੈ, ਇਹਦੇ ਕੋਲ ਰੱਬੀ ਗੁਣ ਨੇ, ਇਹਦੇ ਵਿੱਚ ਦਇਆ ਹੈ, ਧਰਮ ਹੈ, ਧੀਰਜ ਹੈ। ਇਸ ਲਈ ਇਹਨੂੰ ਗੱਦੀ ਦਾ ਤਿਲਕ ਦੇ ਦੇਣਾ ਚਾਹੀਦਾ। ਚੰਗੇ ਗੁਣਾ ਸਦਕਾ, ਮਾਂ ਬਾਪ ਦੀ ਚੰਗੀ ਸਿੱਖਿਆ ਦੇ ਸਦਕਾ ਅੱਜ 7 ਸਾਲਾਂ ਦਾ ਰਤਨ ਰਾਏ ਹੈ, ਉਹਨੂੰ ਗੌਰੀਪੁਰ ਦਾ ਰਾਜਾ ਬਣਾ ਦਿੱਤਾ ਗਿਆ। ਉਹਦੇ ਮੱਥੇ ਤਿਲਕ ਲੱਗਿਆ, ਤਖਤ ਉੱਤੇ ਬਹਿ ਕੇ ਉਹ ਰਾਜ ਕਰਨ ਲੱਗਿਆ। ਰਾਜੇ ਨੇ ਆਖਿਆ ਸੀ ਮਹਾਰਾਜ ਸਾਡੇ ਘਰ ਵਿੱਚ ਸਾਰਾ ਕੁਝ ਹੈ, ਪਰ ਤਖਤ ਦਾ ਵਾਰਸ ਨਹੀਂ। ਹਜ਼ੂਰ ਨੇ ਤਖਤ ਦਾ ਵਾਰਸ ਬਖਸ਼ਿਆ, ਅੱਜ ਉਹ ਤਖਤ ਤੇ ਬਹਿ ਕੇ ਰਾਜ ਕਰ ਰਿਹਾ। ਸੱਚਮੁੱਚ ਉਹ ਆਪਣੇ ਪਿਤਾ ਦੇ ਪਾਏ ਹੋਏ ਪੂਰਨਿਆਂ ਤੇ ਚੱਲਿਆ। ਤਖਤ ਉੱਤੇ ਬਹਿ ਕੇ ਪ੍ਰਜਾ ਦੇ ਦਿਲਾਂ ਵਿੱਚ ਉਹਨੇ ਥਾਂ ਬਣਾਈ, ਧਰਮ ਨੂੰ ਆਧਾਰ ਬਣਾ ਕੇ, ਨੀਤੀ ਨੂੰ ਧਰਮ ਦੇ ਅਧੀਨ ਕਰਕੇ ਉਹਨੇ ਰਾਜ ਕੀਤਾ। ਗੁਰੂ ਕਿਰਪਾ ਕਰਨ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਬਚਨ ਸਨ, ਧਰਮ ਸਿਰ ਦਾ ਤਾਜ, ਰਾਜਨੀਤੀ ਪੈਰ ਦੀ ਜੁੱਤੀ। ਸਤਿਗੁਰਾਂ ਨੇ ਕਿਹਾ ਸਿਰ ਦਾ ਤਾਜ ਵੀ ਅਤੀ ਜ਼ਰੂਰੀ ਹੈ ਤੇ ਪੈਰਾਂ ਦੇ ਵਿੱਚ ਜੋੜਾ ਹੋਣਾ ਵੀ ਅਤੀ ਜ਼ਰੂਰੀ ਹੈ। ਰਾਜਨੀਤੀ ਪੈਰ ਦੀ ਜੁੱਤੀ ਦਾ ਭਾਵ ਇਹ ਨਹੀਂ ਵੀ ਰਾਜਨੀਤੀ ਨੂੰ ਮਹਾਰਾਜ ਨੇ ਮਾੜਾ ਕਿਹਾ ਜਾਂ ਨੀਵੀਂ ਕਿਹਾ। ਮਹਾਰਾਜ ਨੇ ਕਿਹਾ ਸਮਾਜ ਵਿੱਚ ਵਿਚਰਨਾ ਹੈ, ਸੀਸ ਉੱਤੇ ਤਾਜ ਹੋਣਾ ਵੀ ਜ਼ਰੂਰੀ ਹੈ, ਧਰਮ ਦਾ ਤਾਜ ਹੋਵੇ। ਤੇ ਜੇ ਤੂੰ ਔਖੇ ਪੈਂਡਿਆਂ ਤੋਂ ਲੰਘਣਾ ਤੇ ਤੇਰੇ ਪੈਰਾਂ ਵਿੱਚ ਜੇ ਜੋੜਾ ਹੋਏਗਾ ਤੇ ਠੇਡਿਆਂ ਤੋਂ ਬਚੇਗਾ, ਕੰਡੇ ਤੋਂ ਬਚੇਗਾ, ਸੌਖਾ ਜੀਵਨ ਦਾ ਪੈਂਡਾ ਤੈਅ ਕਰੇਗਾ। ਕਹਿਣ ਤੋਂ ਭਾਵ ਗੁਰੂ ਕੇ ਸਿੱਖ ਨੇ ਜਿੱਥੇ ਧਰਮ ਵਿੱਚ ਪੈਰ ਰੱਖਣਾ ਉੱਥੇ ਆਪਣਾ ਪੈਰ ਰਾਜਨੀਤੀ ਵਿੱਚ ਵੀ ਰੱਖਣਾ। ਤਾਂ ਹੀ ਤੇ ਸਤਿਗੁਰੂ ਨੇ ਕਿਹਾ ਰਾਜ ਕਰੇਗਾ ਖਾਲਸਾ, ਇਹ ਤਖਤ ਤੇ ਵੀ ਬੈਠੇਗਾ, ਇਹ ਕੇਵਲ ਮਾਲਾ ਹੀ ਨਹੀਂ ਫੇਰੇਗਾ, ਇਹ ਰਾਜ ਵੀ ਕਰੇਗਾ। इन गरीब सिखण को देऊं पातशाही, यह याद करे हमारी गुरियाई। हजूर ने बचन कीते, ताई ते बाबा बंदा सिंह बहादुर नूं आप महाराज ने राज बख्शिश कीता। सिख राज दा पहला बादशाह है बाबा बंदा सिंह। उस तो बाद मिसला ने पंजाब दे विच राज कीता। उस तो बाद भी 40 वरे शेरे पंजाब महाराजा रणजीत सिंह राज करते रहे। तकरीबन 150 वरे का वक्त बनता है भी ये गुरु का खालसा पंथ कलगियां वाले दा पंथ कलगियां ला के राज करता रहा। देगो तेगो फतेह नुसरत बेदरंग याफत अज नानक गुरु गोबिंद सिंह अपने गुरुआं दे नाम दे सिक्के चलाए, करंसी चलाई ते करंसी उत्ते अपने गुरु साहबाना दे नाम लिखे। हजूर ने सानू राज भी बख्शिश कीता है। कौन कहंदा भी सिख राज की गल ना करे। गुरु कृपा करन, गुरु ने कहा धर्म सिर दा ताज, राजनीति पैर दी जुत्ती। पर सतगुरु सानू बख्शे असी धर्म जिहड़ा है उन्होंने पैरों में ले आंदा है ते जिहड़ी राजनीति पैर दी जुत्ती है उन्होंने असी सिर उत्ते चुकिया होया। ते याद रखना साध संगत, वाहिगुरु कृपा करन, राजनीति तो मुक्त कोई भी नहीं। नीति हर कोई वरत रहा है, वो कोई निज वास्ते वरत रहा है, कोई लीडर की पदवी ते बह के वरत रहा है। आम तौर पर कई बार कहा जाता है जी केवल सियासी लोग ही सियासत वरतते हैं। नहीं साध संगत,
ਕੀ ਸਾਡੇ ਧਾਰਮਿਕ ਸਥਾਨਾਂ ਤੇ ਬੈਠੇ ਹੋਏ ਧਾਰਮਿਕ ਪਹਿਰਾਵਿਆਂ ਵਿੱਚ ਲੋਕ ਨੀਤੀ ਨਹੀਂ ਵਰਤਦੇ? ਉਹ ਵੱਖਰੀ ਗੱਲ ਹੈ। ਨੀਤੀ ਹੈ ਪਰ ਇੱਕ ਦੂਜੇ ਤੇ ਵਰਤੀ ਜਾਂਦੇ ਨੇ। ਨੀਤੀ ਤੇ ਹਰ ਇੱਕ ਥਾਂ ਉੱਤੇ ਕੰਮ ਕਰ ਰਹੀ ਹੈ। ਕੋਈ ਨੀਤੀ ਇੱਕ ਦੂਜੇ ਉੱਤੇ ਵਰਤ ਰਿਹਾ ਹੈ, ਕੋਈ ਸਿਆਸਤ ਵਿੱਚ ਵਰਤ ਰਿਹਾ, ਕੋਈ ਕਿਤੇ ਵਰਤ ਰਿਹਾ। ਨੀਤੀ ਤੋਂ ਬਚਿਆ ਹੋਇਆ ਕੋਈ ਵਿਰਲਾ ਜਿਹਨੇ ਸ਼ੁੱਧ ਚੰਗੀ ਨੀਤੀ ਕੀਤੀ ਹੋਵੇ ਕਿਸੇ ਦੇ ਭਲੇ ਵਾਸਤੇ, ਨਹੀਂ ਤੇ ਕੋਈ ਆਪਣੇ ਨੂੰ ਮਾਰਨ ਵਾਸਤੇ ਨੀਤੀ ਵਰਤ ਰਿਹਾ। ਤੇ ਕੋਈ ਗੁਰੂ ਨੇ ਕਿਹਾ ਵੀ ਜਗਤ ਦੇ ਕਲਿਆਣ ਵਾਸਤੇ ਗੁਰੂ ਕਾ ਸਿੱਖ ਨੀਤੀ ਵਰਤੇ। ਰਸਨਾ ਪਵਿੱਤਰ ਕਰੋ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਇਹ ਸਤਿਗੁਰਾਂ ਨੇ ਵਡਿਆਈ ਬਖਸ਼ਿਸ਼ ਕੀਤੀ। ਤਖਤ ਉੱਤੇ ਬਹਿ ਕੇ ਰਤਨ ਰਾਏ ਹੁਣ ਰਾਜ ਕਰ ਰਿਹਾ, ਧਰਮ ਦਾ ਤਰਾਜੂ ਤੋਲ ਰਿਹਾ। ਇੱਕ ਦਿਨ ਆਪਣੇ ਘਰ ਵਿੱਚ ਖੜਾ ਸ਼ੀਸ਼ੇ ਦੇ ਸਾਹਮਣੇ ਕੇਸਾਂ ਨੂੰ ਕੰਘਾ ਕੀਤਾ, ਜੂੜਾ ਬਣਾਇਆ, ਦਸਤਾਰ ਸਜਾਉਣ ਲੱਗਾ। ਧਿਆਨ ਮੱਥੇ ਦੇ ਨਿਸ਼ਾਨ ਉੱਤੇ ਪੈ ਗਿਆ। ਆਖਣ ਲੱਗਾ ਨਿਸ਼ਾਨ ਮੇਰੇ ਮੱਥੇ ਤੇ ਕਦੋਂ ਆਇਆ, ਕਿਵੇਂ ਆਇਆ? ਸ਼ੀਸ਼ੇ ਦੇ ਨੇੜੇ ਹੋ ਕੇ ਰੀਝ ਨਾਲ ਉਸ ਨਿਸ਼ਾਨ ਨੂੰ ਤੱਕਿਆ। ਮਨ ਨੇ ਆਖਿਆ ਇਹ ਦਾਗ ਮੇਰੀ ਸੰਭਾਲ ਤੋਂ ਪਹਿਲਾਂ ਦਾ ਹੈ। ਨਾ ਤੇ ਮੇਰੇ ਸੰਭਾਲ ਵਿੱਚ ਕੋਈ ਸੱਟ ਲੱਗੀ, ਨਾ ਮੇਰੇ ਕੋਈ ਜ਼ਖਮ ਹੋਇਆ ਵੀ ਜਿਹੜਾ ਰਾਜੀ ਹੋ ਗਿਆ ਹੋਵੇ ਤੇ ਉਹਦਾ ਨਿਸ਼ਾਨ ਰਹਿ ਗਿਆ ਹੋਵੇ। ਆਖਣ ਲੱਗਾ ਇਹ ਜ਼ਖਮ ਇਹ ਨਿਸ਼ਾਨ ਇਹ ਕੋਈ ਸੰਭਾਲ ਤੋਂ ਪਹਿਲਾਂ ਦਾ ਹੈ ਵੀ ਜਿਹੜਾ ਜ਼ਖਮ ਰਾਜੀ ਹੋ ਗਿਆ ਤੇ ਉਹਦਾ ਦਾਗ ਰਹਿ ਗਿਆ। ਸੰਭਾਲ ਤੋਂ ਪਹਿਲਾਂ ਦਾ ਜ਼ਖਮ ਹੈ। ਪਿਤਾ ਜੀ ਸੰਸਾਰ ਉੱਤੇ ਹੈ ਨਹੀਂ ਜਿਨ੍ਹਾਂ ਕੋਲੋਂ ਪੁੱਛ ਲਵਾਂ। ਮਾਂ ਮੌਜੂਦ ਹੈ, ਮੈਂ ਮਾਂ ਨੂੰ ਜਾ ਕੇ ਪੁੱਛਦਾ ਹਾਂ। ਰਾਜਾ ਰਤਨ ਰਾਏ ਦਸਤਾਰ ਹੱਥ ਵਿੱਚ ਫੜੀ ਤੇ ਤੁਰਿਆ ਗਿਆ ਆਪਣੀ ਅੰਮਾ ਦੇ ਕੋਲ। ਰਾਣੀ ਸਵਰਨਮਤੀ ਆਪਣੀ ਅੰਮਾ ਨੂੰ ਜਾ ਕੇ ਮੱਥਾ ਟੇਕਿਆ। ਮਾਂ ਭਗਤੀ ਵਾਲੀ ਹੈ, ਚੌਂਕੜਾ ਲਗਾ ਕੇ ਬੈਠੀ ਹੈ। ਰਸਨਾ ਉੱਤੇ ਜਾਪ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਿਨ੍ਹਾਂ ਘਰਾਂ ਵਿੱਚ ਮਾਵਾਂ ਚੌਂਕੜਾ ਲਗਾ ਕੇ ਬੈਠਦੀਆਂ ਨੇ, ਬੰਦਗੀ ਕਰਦੀਆਂ ਨੇ, ਤਪੱਸਿਆ ਕਰਦੀਆਂ ਨੇ, ਸਮਝ ਉੱਥੇ ਖੁਦਾ ਰੱਬ ਚੌਂਕੜਾ ਲਾ ਕੇ ਬੈਠਿਆ ਹੋਇਆ। ਅਸੀਂ ਆਪ ਤਪੱਸਿਆ ਤੋਂ ਦੂਰ ਹਾਂ, ਤਪੱਸਿਆਂ ਦੀ ਪੂਜਾ ਕਰਦੇ ਹਾਂ। ਪਰ ਮੇਰੇ ਸਤਿਗੁਰੂ ਨੇ ਕਿਹਾ ਗੁਰੂ ਕਾ ਸਿੱਖ ਰਾਜ ਮਹਾਰਾਜਾ ਜੋਗ ਮਹਿ ਜੋਗੀ। ਸੰਤ ਵੀ ਇਹੀ ਹੋਏਗਾ ਤੇ ਸਿਪਾਹੀ ਵੀ ਇਹੀ ਹੋਏਗਾ। ਇਹਦੇ ਅੰਦਰ ਨਾਮ ਦੇ ਰਸ ਦੀ ਘਾਟ ਪੈਗੀ ਤੇ ਇਹਨੇ ਵੀ ਇਹ ਸੰਤਾਂ ਕੋਲ ਦੌੜਿਆ ਜਾਏ। ਤੇ ਜੇ ਇਹਦੀ ਇੱਜ਼ਤ ਪਤ ਨੂੰ ਕੋਈ ਖਤਰਾ ਬਣੇ, ਇਹਦੇ ਘਰ ਮਾਲ ਨੂੰ ਕੋਈ ਖਤਰਾ ਬਣੇ, ਇਹ ਨਹੀਂ ਵੀ ਇਹ ਸਿਪਾਹੀਆਂ ਕੋਲ ਦੌੜਿਆ ਜਾਏ। ਮੇਰੇ ਸਿੱਖ ਦੇ ਕੋਲ ਦੋਵੇਂ ਗੁਣ ਹੋਣਗੇ, ਸੰਤ ਵੀ ਹੋਏਗਾ, ਸਿਪਾਹੀ ਵੀ ਹੋਏਗਾ। ਅੰਦਰ ਦੀ ਸ਼ਾਂਤੀ ਵੀ ਆਪਣੀ ਆਪੇ ਕਾਇਮ ਕਰੇਗਾ ਤੇ ਬਾਹਰ ਦੀ ਸ਼ਾਂਤੀ ਵੀ ਆਪੇ ਕਾਇਮ ਕਰੇਗਾ। ਚੌਂਕਾਰ ਅਜ਼ਹਮਾ ਹੀਲ ਤੇ ਦਰਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਹਜ਼ੂਰ ਨੇ ਕਿਹਾ ਇਹ ਮਜਬੂਰੀ ਵਸ ਹੋ ਕੇ ਅਗਰ ਕਿਤੇ ਕੋਈ ਵਿਪਤਾ ਬਣਦੀ ਹੈ ਟਾਕਰਾ ਵੀ ਕਰੇਗਾ, ਹੱਥ ਵਿੱਚ ਸ਼ਸਤਰ ਲੈ ਕੇ। ਮੈਂ ਆਪਣੇ ਸਿੱਖ ਨੂੰ ਦੋਵੇਂ ਗੁਣ ਬਖਸ਼ਿਸ਼ ਕੀਤੇ ਨੇ। ਮਾਂ ਬੰਦਗੀ ਕਰ ਰਹੀ ਹੈ, ਮੱਥਾ ਟੇਕਿਆ, ਚਰਨਾਂ ਤੇ ਸਿਰ ਧਰ ਕੇ। ਮਾਂ ਨੇ ਆਪਣੇ ਨੇਤਰ ਖੋਲੇ, ਬੜੇ ਪਿਆਰ ਨਾਲ ਆਪਣੇ ਪੁੱਤਰ ਦੇ ਕੱਕਿਆਂ ਕੇਸਾਂ ਤੇ ਹੱਥ ਫੇਰ ਕੇ ਆਖਿਆ ਰਤਨ ਰਾਏ ਆ ਦਸਤਾਰ ਸੀਸ ਉੱਤੇ ਸਜਾਉਣ ਵਾਸਤੇ ਹੈ। ਮੈਂ ਇਹ ਪੁੱਤਰ ਇਹ ਦਸਤਾਰ ਸੀਸ ਤੇ ਸਜਾਈ ਕਿਉਂ ਨਹੀਂ? ਬੜੇ ਪਿਆਰ ਨਾਲ ਇਹ ਸਵਾਲ ਕੀਤਾ ਹੈ। ਰਤਨ ਰਾਏ ਨੇ ਉੱਠ ਕੇ ਬੜੇ ਪਿਆਰ ਨਾਲ ਆਖਿਆ ਮਾਂ ਮੇਰੇ ਮੱਥੇ ਤੇ ਦਾਗ ਹੈ। ਮੈਂ ਪੁੱਛਣਾ ਚਾਹੁੰਦਾ ਹਾਂ ਵੀ ਇਹ ਦਾਗ ਮੇਰੇ ਮੱਥੇ ਤੇ ਕਦੋਂ ਆਇਆ ਤੇ ਕਿਸ ਚੀਜ਼ ਦਾ? ਇੱਥੇ ਕਈ ਵਾਰ ਸਾਧ ਸੰਗਤ ਆਪਾਂ ਸ਼ਬਦ ਵਰਤਦੇ ਹਾਂ, ਮੈਂ ਦਸਤਾਰ ਬੰਨ ਲਵਾਂ, ਪੱਗ ਬੰਨ ਲਵਾਂ ਜਾਂ ਦਸਤਾਰ ਬੰਨ ਲਵਾਂ। ਬੰਨਣਾ ਸ਼ਬਦ ਅਸੀਂ ਕਈ ਵਾਰ ਦਸਤਾਰ ਵਾਸਤੇ ਵਰਤਦੇ ਹਾਂ। ਦਸਤਾਰ ਸਿਰ ਦਾ ਤਾਜ ਹੈ, ਤਾਜ ਕਦੇ ਬੰਨੇ ਨਹੀਂ ਜਾਂਦੇ, ਸਜਾਏ ਜਾਂਦੇ ਨੇ। ਤਾਜ ਹਮੇਸ਼ਾ ਸੀਸ ਉੱਤੇ ਸਜਾਏ ਜਾਂਦੇ ਨੇ, ਬੰਨੇ ਨਹੀਂ ਜਾਂਦੇ। ਦਸਤਾਰ ਵਾਸਤੇ ਪੱਗ ਵਾਸਤੇ ਸਹੀ ਸ਼ਬਦ ਹੈ ਮੈਂ ਦਸਤਾਰ ਸਜਾ ਲਵਾਂ, ਮੈਂ ਪੱਗ ਸਜਾ ਲਵਾਂ। ਇਹ ਤਾਜ ਹੈ, ਤਾਜ ਕਦੇ ਬੰਨੇ ਨਹੀਂ ਜਾਂਦੇ, ਸਜਾਏ ਜਾਂਦੇ ਨੇ। ਮਾਂ ਨੇ ਆਖਿਆ ਪੁੱਤਰਾ ਦਸਤਾਰ ਸੀਸ ਉੱਤੇ ਸਜਾਈ ਕਿਉਂ ਨਹੀਂ? ਆਖਿਆ ਮਾਂ ਮੇਰੇ ਮੱਥੇ ਤੇ ਇੱਕ ਦਾਗ ਹੈ, ਪੁੱਛਣਾ ਚਾਹੁੰਦਾ ਹੈ ਕਦੋਂ ਦਾ ਹੈ, ਕਿਸ ਚੀਜ਼ ਦਾ, ਕਿਵੇਂ ਆਇਆ ਮੇਰੇ ਮੱਥੇ ਤੇ? ਪਿਆਰ ਵਿੱਚ ਆ ਕੇ ਮਾਂ ਨੇ ਉਸ ਨਿਸ਼ਾਨ ਉੱਤੇ ਹੱਥ ਫੇਰ ਕੇ ਆਖਿਆ ਲਾਲ ਤੇਰੇ ਮੱਥੇ ਤੇ ਦਾਗ ਨਹੀਂ, ਤੇਰੇ ਮਸਤਕ ਤੇ ਗੁਰੂ ਨਾਨਕ ਦੇ ਘਰ ਦੀ ਮੋਹਰ ਹੈ। ਦਾਗ ਤੇ ਗੁਨਾਹਗਾਰਾਂ ਦੇ ਮੱਥੇ ਤੇ ਹੋਇਆ ਕਰਦੇ ਨੇ, ਤੇਰਾ ਮਸਤਕ ਬੇਦਾਗ ਹੈ, ਤੇਰੇ ਮਸਤਕ ਉੱਤੇ ਗੁਰੂ ਨਾਨਕ ਦੇ ਦਰਬਾਰ ਦੀ ਮੋਹਰ ਹੈ। ਮਾਂ ਇਹ ਮੋਹਰ ਕਿਵੇਂ ਆਈ ਮੇਰੇ ਮੱਥੇ ਉੱਤੇ, ਕਿਵੇਂ ਲੱਗੀ? ਮਾਂ ਨੇ ਸਾਰੀ ਵਾਰਤਾ ਸੁਣਾਈ। ਪੁੱਤਰ ਅਸੀਂ ਤੇਰੇ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਉਹਨਾਂ ਨੇ ਤੇਰੇ ਪਿਤਾ ਦੇ ਮੱਥੇ ਨਾਲ ਮੋਹਰ ਛੁਆ ਕੇ ਆਖਿਆ ਸੀ ਜਿਹੜਾ ਤੁਹਾਡੇ ਘਰ ਵਿੱਚ ਪੁੱਤਰ ਪੈਦਾ ਹੋਏਗਾ ਉਹਦੇ ਮੱਥੇ ਤੇ ਤੁਰਦਰਗਾਹ ਤੋਂ ਇੱਕ ਓੰਕਾਰ ਦੀ ਮੋਹਰ ਉਕਰੀ ਹੋਏਗੀ। ਇਹ ਉਹਨਾਂ ਦੇ ਬਚਨਾਂ ਨਾਲ ਤੇਰੇ ਮਸਤਕ ਤੇ ਦਰਸ਼ਨ, ਤੇਰੇ ਮਸਤਕ ਤੇ ਮੋਹਰ ਲੱਗੀ ਹੈ। ਤੇਰਾ ਜਨਮ ਵੀ ਉਹਨਾਂ ਦੇ ਬਚਨਾਂ ਨਾਲ ਹੋਇਆ। ਰਾਜਾ ਹੈਰਾਨ ਹੋ ਗਿਆ, ਆਖਣ ਲੱਗਾ ਮਾਂ ਗੁਰੂ ਇੰਨਾ ਸਮਰੱਥ ਹੈ, ਉਹਨੇ ਮੋਹਰ ਮੇਰੇ ਪਿਤਾ ਦੇ ਮੱਥੇ ਨਾਲ ਛੁਹਾਈ ਤੇ ਜਦੋਂ ਮੈਂ ਸੰਸਾਰ ਤੇ ਅਜੇ ਹੈਗਾ ਹੀ ਨਹੀਂ ਸੀ, ਜਦੋਂ ਮੇਰਾ ਜਨਮ ਹੀ ਨਹੀਂ ਸੀ ਹੋਇਆ, ਜਦੋਂ ਹੋਂਦ ਵਿੱਚ ਹੀ ਨਹੀਂ ਸੀ ਮੈਂ, ਉਦੋਂ ਸਤਿਗੁਰਾਂ ਨੇ ਮੇਰੇ ਪਿਤਾ ਦੇ ਮੱਥੇ ਨਾਲ ਮੋਹਰ ਛੁਹਾਈ ਤੇ ਬਚਨ ਗੁਰੂ ਨੇ ਕੀਤਾ। ਤੇ ਜਦੋਂ ਮਾਤਾ ਦੇ ਗਰਭ ਵਿੱਚ ਪ੍ਰਭੂ ਪਰਮਾਤਮਾ ਨੇ ਰਚਨਹਾਰ ਸਿਰਜਣਹਾਰ ਨੇ ਮੇਰੇ ਸਰੀਰ ਦੀ ਘਾੜਤ ਘੜੀ, ਉਹਨੇ ਉਸ ਗੁਰੂ ਦਾ ਬਚਨ ਚੇਤੇ ਰੱਖਿਆ ਤੇ ਬੜੀ ਯਾਦ ਨਾਲ ਮੇਰੇ ਮਸਤਕ ਉੱਤੇ ਇਹ ਮੋਹਰ ਲਾ ਦਿੱਤੀ। ਮਾਏ ਦਾ ਭਾਵ ਹੈ ਵੀ ਉਹ ਜਿਹੜਾ ਜੀਆਂ ਨੂੰ ਰਚਣ ਵਾਲਾ ਹੈ, ਰਚਨਹਾਰ ਸਿਰਜਣਹਾਰ,
उस गुरु के कहने विच चलदा है, जां मां ਉਹ ਗੁਰੂ ਤੇ ਉਹ ਰਚਨ ਵਾਲਾ ਸਿਰਜਣਹਾਰ ਪਰਮੇਸ਼ਰ ਇੱਕ ਹੀ ਨੇ, ਇਹਨਾਂ ਵਿੱਚ ਕੋਈ ਫਰਕ ਨਹੀਂ, ਇੱਕ ਹੀ ਨੇ। ਇਹਦਾ ਭਾਵ ਹੈ ਕਿ ਉਹ ਤੇ ਇੱਕ ਨੇ। ਗੁਰੂ ਨੇ ਕਿਹਾ ਤੇ ਰਚਨਹਾਰ ਨੇ ਮੰਨਿਆ, ਇਹਦਾ ਭਾਵ ਹੈ ਕਿ ਉਹ ਇੱਕ ਨੇ। ਮਾਂ ਨੇ ਆਖਿਆ ਹਾਂ ਪੁੱਤਰ ਗੁਰ ਪਰਮੇਸ਼ਰ ਇੱਕੋ ਜਾਨ, ਜੋ ਤਿਸ ਭਾਵੈ ਸੋ ਪ੍ਰਵਾਨ। ਗੁਰੂ ਵਿੱਚ ਤੇ ਰੱਬ ਵਿੱਚ ਕੋਈ ਅੰਤਰ ਨਹੀਂ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਵਾਕ ਹਨ, ਪਾਰ ਬ੍ਰਹਮ ਗੁਰ ਨਾਹੀ ਭੇਦ। ਰੱਬ ਵਿੱਚ ਤੇ ਗੁਰੂ ਵਿੱਚ ਕੋਈ ਅੰਤਰ ਨਹੀਂ, ਉਹ ਇੱਕ ਹੀ ਨੇ। ਇਤਿਹਾਸ ਕਹਿੰਦਾ ਰਾਜਾ ਬੜੀਆਂ ਸ਼ਰਧਾ ਦੀ ਭਾਵਨਾ ਦੇ ਵਿੱਚ ਆਇਆ, ਨੇਤਰ ਸਜਲ ਹੋ ਗਏ। ਆਖਣ ਲੱਗਾ ਮਾਂ ਮੈਨੂੰ ਲੈ ਕੇ ਚੱਲੋ ਐਸੇ ਸਤਿਗੁਰਾਂ ਦੇ ਕੋਲ ਜਿਸ ਗੁਰਦੇਵ ਦੇ ਬਚਨਾਂ ਨਾਲ ਮੇਰਾ ਆਗਮਨ ਹੋਇਆ, ਤੇ ਜਿਹੜਾ ਗੁਰੂ ਇੰਨਾ ਸਮਰੱਥ ਹੈ, ਉਹਨਾਂ ਦੇ ਬਚਨ ਨਾਲ ਮੇਰੇ ਮਸਤਕ ਤੇ ਮੋਹਰ ਲੱਗੀ। ਮੈਂ ਇਸ ਗੁਰੂ ਦੇ ਚਰਨ ਪਰਸ ਕੇ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲਾ ਕਰਨਾ ਚਾਹੁੰਦਾ ਹਾਂ। ਜਦੋਂ ਇੰਨੀ ਗੱਲ ਕਹੀ, ਮਾਂ ਮੈਨੂੰ ਲੈ ਕੇ ਚੱਲੋ ਸਤਿਗੁਰਾਂ ਦੇ ਕੋਲ, ਮਾਂ ਦੇ ਕਾਲਜੇ ਦਾ ਰੁੱਗ ਪਾਰ ਆਇਆ ਤੇ ਅੱਖਾਂ ਵਿੱਚੋਂ ਹੰਝੂਆਂ ਦੀ ਧਾਰਾ ਵਗ ਤੁਰੀ। ਮਾਂ ਵਿਰਾਗ ਵਿੱਚ ਆਈ, ਨੇਤਰਾਂ ਵਿੱਚ ਜਾਲ ਆ ਗਿਆ। ਇਤਿਹਾਸ ਕਹਿੰਦਾ ਰਾਜੇ ਨੇ ਮਾਂ ਦੇ ਚਰਨ ਫੜ ਕੇ ਆਖਿਆ, ਮਾਂ ਮੈਂ ਕੋਈ ਫਿੱਕਾ ਬੋਲ ਬੋਲ ਕੇ ਤੁਹਾਡਾ ਦਿਲ ਤੇ ਨਹੀਂ ਦੁਖਾ ਦਿੱਤਾ। ਮੈਂ ਦਰਸ਼ਨ ਕਰਨ ਦੀ ਗੱਲ ਕੀਤੀ ਹੈ ਤੇ ਤੁਹਾਡੇ ਨੇਤਰਾਂ ਵਿੱਚ ਜਾਲ ਆ ਗਿਆ। ਮਾਂ ਜੇ ਮੈਂ ਕੋਈ ਫਿੱਕਾ ਬੋਲ ਬੋਲਿਆ ਤੇ ਮੈਨੂੰ ਖਿਮਾ ਕਰਨਾ। ਪੁੱਤਰ ਨੇ ਮਾਂ ਨੇ ਆਖਿਆ, ਨਹੀਂ ਪੁੱਤਰ ਤੂੰ ਕੋਈ ਫਿੱਕਾ ਬੋਲ ਬੋਲ ਕੇ ਮੇਰਾ ਦਿਲ ਨਹੀਂ ਦੁਖਾਇਆ, ਪਰ ਜਿਸ ਗੁਰਦੇਵ ਦੇ ਤੂੰ ਦਰਸ਼ਨ ਕਰਨੇ ਚਾਹੁੰਦਾ ਉਹ ਹੁਣ ਸਰੀਰ ਵਿੱਚ ਨਹੀਂ, ਉਹ ਸ਼ਹੀਦ ਹੋ ਚੁੱਕੇ ਨੇ। ਜਦੋਂ ਸ਼ਹੀਦ ਸ਼ਬਦ ਸੁਣਿਆ ਇੱਕਦਮ ਰਾਜਾ ਹੈਰਾਨ ਹੋ ਗਿਆ, ਪੈਰਾਂ ਹੇਠੋਂ ਜ਼ਮੀਨ ਖਿਸਕੀ, ਅੱਖਾਂ ਮੂਹਰੇ ਹਨੇਰ ਆ ਗਿਆ। ਆਖਣ ਲੱਗਾ ਮਾਂ ਸ਼ਹੀਦ ਹੋ ਗਏ ਨੇ? ਕਦੋਂ ਸ਼ਹੀਦ ਹੋਏ, ਕਿਵੇਂ ਸ਼ਹੀਦ ਹੋਏ, ਕਿੱਥੇ ਸ਼ਹੀਦ ਹੋਏ, ਕਿੰਨੇ ਉਹਨਾਂ ਨੂੰ ਸ਼ਹੀਦ ਕੀਤਾ? ਸਵਾਲਾਂ ਦੀ ਝੜੀ ਲਾ ਦਿੱਤੀ ਰਾਜਾ ਰਤਨ ਰਾਏ ਨੇ। ਮਾਂ ਨੇ ਆਖਿਆ ਪੁੱਤਰ ਬੜੀ ਲੰਮੀ ਦਾਸਤਾਨ ਹੈ ਉਸ ਪਰਉਪਕਾਰ ਦੀ, ਉਸ ਰਹਿਮਤ ਦੀ ਬੜੀ ਲੰਮੀ ਦਾਸਤਾਨ ਹੈ। ਵਕਤ ਚਾਹੀਦਾ ਉਹਨੂੰ ਸੁਣਨ ਵਾਸਤੇ। ਅੱਜ ਦਾ ਦਰਬਾਰ ਕੈਂਸਲ, ਸਾਹਮਣੇ ਬੈਠ, ਮੈਂ ਤੈਨੂੰ ਤੇਰੇ ਪਰਉਪਕਾਰੀ ਗੁਰਦੇਵ ਦੀ ਸ਼ਹਾਦਤ ਦੀ ਕਥਾ ਸੁਣਾਵਾਂ। ਸੁਣੀਏ ਜਰਾ। ਗੌਰੀਪੁਰ ਦਾ ਰਾਜ ਦਰਬਾਰ ਹੈ, ਰਾਣੀ ਸਵਰਨਮਤੀ ਸੁਣਾ ਰਹੀ ਹੈ, ਪੁੱਤਰ ਸਾਹਮਣੇ ਬੈਠਾ ਸੁਣ ਰਿਹਾ। ਚਾਂਦਨੀ ਚੌਕ ਦਾ ਸਾਕਾ ਉਸ ਮਹੱਲ ਵਿੱਚ ਇਉਂ ਚੱਲ ਰਿਹਾ। ਸ਼ਮ ਸ਼ਮ ਰੋਣ ਲੱਗੀ, ਦਾਸਤਾਨ ਨੌਵੇਂ ਗੁਰਾਂ ਦੀ ਸੋਹਣੇ ਪੁੱਤ ਨੂੰ ਸੁਣਾਉਣ ਲੱਗੀ। ਦਾਸਤਾਨ ਨੌਵੇਂ ਗੁਰਾਂ ਦੀ ਸੋਹਣੇ ਪੁੱਤ ਨੂੰ ਸੁਣਾਉਣ ਲੱਗੀ। ਬਚਾ ਲਓ ਪਾਤਸ਼ਾਹ ਉਹਨਾਂ ਤਰਲੇ ਪਾਏ ਸੀ। ਧਰਮ ਬਚਾ ਲਓ ਪਾਤਸ਼ਾਹ ਉਹਨਾਂ ਤਰਲੇ ਪਾਏ ਸੀ। ਜੰਨੂ ਤਿਲਕ ਲਹਾਉਂਦੇ ਸੀ, ਜੰਨੂ ਤਿਲਕ ਲਹਾਉਂਦੇ ਸੀ। ਜਿਹੜਾ ਇਨਕਾਰ ਕਰੇ ਉਹਨੂੰ ਮਾਰ ਮੁਕਾਉਂਦੇ ਸੀ। ਜਿਹੜਾ ਇਨਕਾਰ ਕਰੇ ਉਹਨੂੰ ਮਾਰ ਮੁਕਾਉਂਦੇ ਸੀ।
ਗੋਬਿੰਦ ਰਾਏ ਨੇ, ਕਿਹਾ ਗੋਬਿੰਦ ਰਾਏ ਨੇ, ਸੀਸ ਕੁਰਬਾਨ ਕਰੋ ਬੜੇ ਪਾਪੀਆਂ ਸਤਾਏ ਨੇ, ਸੀਸ ਕੁਰਬਾਨ ਕਰੋ ਬੜੇ ਪਾਪੀਆਂ ਸਤਾਏ ਨੇ। ਉਸ ਸ਼ਾਂਤੀ ਦੇ ਸਾਗਰ ਨੂੰ, ਉਸ ਸ਼ਾਂਤੀ ਦੇ ਸਾਗਰ ਨੂੰ ਜ਼ਾਲਮਾਂ ਸ਼ਹੀਦ ਕਰਤਾ ਗੁਰੂ ਤੇਗ ਬਹਾਦਰ ਨੂੰ, ਜ਼ਾਲਮਾਂ ਸ਼ਹੀਦ ਕਰਤਾ ਗੁਰੂ ਤੇਗ ਬਹਾਦਰ ਨੂੰ। ਨੌਵੇਂ ਗੁਰੂ ਮਹਾਦਾਨੀ ਨੂੰ, ਨੌਵੇਂ ਗੁਰੂ ਮਹਾਦਾਨੀ ਨੂੰ ਪੂਜੇਗਾ ਜਗਤ ਨੂਰ ਜੀ, ਤੱਕ ਤੱਕ ਕੁਰਬਾਨੀ ਨੂੰ। ਜਿਤ ਚਰਨ ਕਮਲ ਕਾ ਆਸਰਾ, ਜਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ, ਗੁਰ ਸ਼ਬਦੀ ਇਹ ਮਨ ਹੋੜੀਐ। ਬਾਗੇ ਜਿਨ੍ਹਾਂ ਦੀ ਪਕੜੀਐ, ਬਾਗੇ ਜਿਨ੍ਹਾਂ ਦੀ ਪਕੜੀਐ, ਸਿਰ ਦੀ ਜੈ ਬਾਹੇ ਨਾ ਛੋੜੀਐ, ਸਿਰ ਦੀ ਜੈ ਬਾਹੇ ਨਾ ਛੋੜੀਐ। ਤੇਗ ਬਹਾਦਰ, ਤੇਗ ਬਹਾਦਰ ਬੋਲਿਆ, ਤੇਗ ਬਹਾਦਰ ਬੋਲਿਆ, ਤਰ ਪਈਐ, ਤਰ ਪਈਐ, ਧਰਮ ਨਾ ਛੋੜੀਐ। ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ, ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨ ਦਾਨੀਆਂ ਦੇ। ਕਿਸੇ ਤਾਕਤ ਤਲਵਾਰ ਨੂੰ ਮੁੱਖ ਦੱਸਿਆ, ਕਿਸੇ ਫਲਸਫੇ ਦੱਸੇ ਰੂਹਾਨੀਆਂ ਦੇ। ਗੱਲਾਂ ਕੋਮਲ ਜੀ ਸਾਰੀਆਂ ਸੱਚੀਆਂ ਨੇ, ਚੰਗੇ ਗੁਣ ਨੇ ਚੰਗੀਆਂ ਨਿਸ਼ਾਨੀਆਂ ਦੇ। ਐ ਪਰ ਤਤ ਸਿਆਣਿਆਂ ਕੱਢਿਆ ਏ, ਐ ਪਰ ਤਤ ਸਿਆਣਿਆਂ ਕੱਢਿਆ ਏ, ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ। ਨੌਵੇਂ ਗੁਰੂ ਮਹਾਦਾਨੀ ਨੂੰ, ਨੌਵੇਂ ਗੁਰੂ ਮਹਾਦਾਨੀ ਨੂੰ, ਹਾਂ ਪੂਜੇਗਾ ਜਗਤ ਨੂਰ ਜੀ, ਤੱਕ ਤੱਕ ਕੁਰਬਾਨੀ
ਕੁਰਬਾਨੀ ਨੂੰ, ਤੱਕ ਤੱਕ ਕੁਰਬਾਨੀ ਨੂੰ, ਤੱਕ ਤੱਕ ਕੁਰਬਾਨੀ ਨੂੰ। ਤਤੀ ਤਵੀ ਤੇ ਬੈਠ ਕੇ ਕਿਸੇ ਭੌਰੇ ਕਰਨੀ ਦੱਸੀ ਹੈ ਸਬਰ ਦੀ ਜੰਗ ਤੈਨੂੰ। ਆਸ਼ਿਕ ਕਿਸੇ ਨੇ ਚਾਂਦਨੀ ਚੌਂਕ ਅੰਦਰ ਮਰ ਕੇ ਜਿਉਣ ਦਾ ਦੱਸਿਆ ਢੰਗ ਤੈਨੂੰ। ਮਸਤੀ ਲੱਥੀ ਨਾ ਤੇਰੀ ਮਸਤਾਨਿਆ ਓਏ, ਮਸਤੀ ਲੱਥੀ ਨਾ ਤੇਰੀ ਮਸਤਾਨਿਆ ਓਏ, ਦਿੱਤਾ ਸਮੇਂ ਨੇ ਸੂਲੀ ਤੇ ਟੰਗ ਤੈਨੂੰ। ਜਿਉਂ ਜਿਉਂ ਬਲੇ ਤੂੰ ਪੱਠੀਆਂ ਵਿੱਚ ਪੈ ਪੈ, ਤਿਉਂ ਤਿਉਂ ਹੋਰ ਵੀ ਗੂੜਾ ਚੜੇ ਰੰਗ ਤੈਨੂੰ। ਸ਼ਹਾਦਤ ਦੀ ਕਥਾ ਸੁਣਾ ਰਹੀ ਹੈ ਮਾਂ ਤੇ ਪੁੱਤਰ ਸੁਣ ਰਿਹਾ ਹੈ। ਸੁਣਾਉਣ ਵਾਲੇ ਦੀਆਂ ਅੱਖਾਂ ਵੀ ਸਜਲ ਹੋ ਗਈਆਂ ਤੇ ਸੁਣਨ ਵਾਲੇ ਦੀਆਂ ਵੀ। ਦਿੱਲੀ ਦੀ ਧਰਤੀ ਤੇ ਅੱਜ ਅਸੀਂ ਮੋਰਚਾ ਲਾ ਕੇ ਬੈਠੇ ਹਾਂ। ਮਹਿਸੂਸ ਕਰ ਰਹੇ ਹਾਂ ਕਿ ਜਦੋਂ ਸਰਕਾਰਾਂ ਜ਼ੁਲਮ ਕਰਦੀਆਂ ਨੇ, ਸਰਕਾਰ ਆਪਣੇ ਜ਼ਬਰ ਦੀ ਇੰਤਹਾ ਕਰਦੀ ਹੈ ਤੇ ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਵਾਲੇ ਆਪਣੇ ਸਬਰ ਦੀ ਇੰਤਹਾ ਕਰਦੇ ਨੇ। ਅਜੇ ਤਾਂ ਅਸੀਂ ਸੜਕਾਂ ਤੇ ਬੈਠੇ ਹਾਂ ਕੇਵਲ ਘਰ ਕਾਟ ਛੱਡ ਕੇ। ਸਰੀਰਕ ਤੌਰ ਤੇ ਸਾਨੂੰ ਕੋਈ ਏਡੇ ਵੱਡੇ ਦੁੱਖ ਨਹੀਂ ਅਜੇ ਤੱਕ ਹਾਸਲ ਹੋਏ। ਸ਼ਹਾਦਤਾਂ ਹੋ ਰਹੀਆਂ ਨੇ, ਪਰ ਜਿਹੜੀਆਂ ਸੰਗਤਾਂ ਉੱਥੇ ਹਾਜ਼ਰੀ ਪਾ ਰਹੀਆਂ ਨੇ ਉਹਨਾਂ ਨੂੰ ਬੜੇ ਰਿਹਾਇਸ਼ ਦਾ ਵੀ ਕਿਤੇ ਨਾ ਕਿਤੇ ਪ੍ਰਬੰਧ ਹੈ। ਜਲ ਪਾਣੀ ਛਕਣ ਵਾਸਤੇ 3 ਟਾਈਮ ਮਿਲਦਾ ਹੈ। ਪਰ ਜੇ ਕਿਤੇ ਸਾਧ ਸੰਗਤ ਗੁਰਦਾਸ ਨੰਗਲ ਦੀ ਗੜੀ ਦੀ ਬਾਤ ਪਾਈਏ, ਬਾਬਾ ਬੰਦਾ ਸਿੰਘ ਬਹਾਦਰ ਨੂੰ 7 ਮਹੀਨੇ ਘੇਰਾ ਪਿਆ ਤੇ ਫਰੀਦਾ ਤਨ ਸੁੱਕਾ ਪਿੰਜਰ ਥੀਆ। ਸਰੀਰ ਸੁੱਕ ਕੇ ਪਿੰਜਰ ਹੋ ਗਿਆ, ਪਾਣੀ ਦੀ ਇੱਕ ਬੂੰਦ ਤੱਕ ਨਾ ਨਸੀਬ ਹੋਈ। ਕਈ ਮਹੀਨੇ ਹੋ ਗਏ ਸਨ ਇੱਕ ਪ੍ਰਸ਼ਾਦਾ ਛਕਿਆਂ ਨੂੰ, ਤੇ ਫਿਰ ਵੀ ਗੁਰੂ ਕੇ ਸਿੱਖਾਂ ਨੇ ਹੌਸਲਾ ਨਹੀਂ ਹਾਰਿਆ। ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੈ ਖੇਤ। ਉਹਨਾਂ ਸ਼ਹਾਦਤਾਂ ਦਿੱਤੀਆਂ, ਪਰ ਨਾ ਉਹਨਾਂ ਭੁੱਖ ਦੇ ਸਾਹਮਣੇ ਗੋਡੇ ਟੇਕੇ ਤੇ ਨਾ ਉਹਨਾਂ ਨੇ ਸਰਕਾਰ ਦੇ ਸਾਹਮਣੇ ਗੋਡੇ ਟੇਕੇ। ਭਾਵੇਂ ਸ਼੍ਰੀ ਅਨੰਦਪੁਰ ਸਾਹਿਬ ਜੀ ਦਾ 6 ਮਹੀਨੇ ਦਾ ਜਿਹੜਾ ਘੇਰਾ ਹੈ, 7 ਮਹੀਨੇ ਦਾ ਘੇਰਾ ਵਾਹਿਗੁਰੂ, ਅਨੰਦਪੁਰ ਸਾਹਿਬ ਦਾ 8 ਮਹੀਨੇ ਦਾ ਘੇਰਾ ਬਾਬਾ ਬੰਦਾ ਸਿੰਘ ਜੀ ਨੂੰ, 7 ਮਹੀਨੇ ਘੇਰਾ ਅਨੰਦਪੁਰ ਸਾਹਿਬ ਵਿਖੇ ਪੈਂਦਾ। ਭੁੱਖ ਦਾ ਵੀ ਮੁਕਾਬਲਾ ਕੀਤਾ, ਸਰਕਾਰ ਦਾ ਵੀ ਮੁਕਾਬਲਾ ਕੀਤਾ, ਹਥਿਆਰ ਨਹੀਂ ਸੁੱਟੇ। ਭਾਵੇਂ ਸਰੀਰ ਸੁੱਕ ਕੇ ਪਿੰਜਰ ਹੋ ਗਿਆ ਸਨ, ਜਿੰਨਾ ਬਲ ਸੀ ਉਹ ਲੜੇ, ਸ਼ਹੀਦ ਹੋ ਗਏ, ਪਰ ਉਹਨਾਂ ਨੇ ਸਰਕਾਰ ਦੇ ਸਾਹਮਣੇ ਗੋਡੇ ਨਹੀਂ ਟੇਕੇ। ਸ਼ਹਾਦਤ ਦੇ ਮੈਦਾਨ ਵਿੱਚ ਜਦੋਂ ਸੂਰਮਾ ਨਿਤਰਦਾ ਹੈ, ਉਹ ਜ਼ਾਲਮ ਦੇ ਸਿਰ ਵਿੱਚ ਆਪਣਾ ਪੈਰ ਰੱਖਣ ਦੇ ਨਾਲੋਂ ਆਪਣਾ ਸਿਰ ਵੱਢ ਕੇ ਦੁਸ਼ਮਣ ਦੇ ਪੈਰਾਂ ਵਿੱਚ ਸੁੱਟ ਦਿੰਦਾ। ਜਿਉਂਦੇ ਜੀ ਝੁਕਾਵਾਂਗਾ ਨਹੀਂ, ਸਿਰ ਵੱਢ ਕੇ ਭਾਵੇਂ ਦੁਸ਼ਮਣ ਦੇ ਪੈਰਾਂ ਵਿੱਚ ਸੁੱਟ ਦਵੇ, ਪਰ ਜਿੰਨਾ ਚਿਰ ਤੱਕ ਸਿਰ ਧੜ ਨੂੰ ਲੱਗਿਆ ਉਹਨਾਂ ਚਿਰ ਤੱਕ ਦੁਸ਼ਮਣ ਦੇ ਪੈਰਾਂ ਉੱਤੇ ਰੱਖਦਾ ਨਹੀਂ। ਦਿੱਲੀ ਵਿਖੇ ਜਿਉਂਦਾ ਸਿਖਾਰੇ ਨਾਲ ਚੀਰਿਆ ਗਿਆ ਭਾਈ ਮਤੀ ਦਾਸ। ਅਸੀਂ ਕਹਿੰਦੇ ਹਾਂ ਜੀ ਦਿੱਲੀ ਬੜੀ ਜ਼ਾਲਮ ਹੈ, ਅਜੇ ਤਾਂ ਅਸੀਂ ਉਹਦਾ ਉਹ ਕਰੂਪਤਾ ਵਾਲਾ ਰੂਪ ਵੇਖਿਆ ਨਹੀਂ ਚੰਗੀ ਤਰ੍ਹਾਂ। ਕਰੂਪਤਾ ਵਾਲਾ ਦਿੱਲੀ ਦਾ ਰੂਪ 1984 ਵਿੱਚ ਵੇਖਿਆ ਗਿਆ, ਜਦੋਂ 1 2 3 ਨਵੰਬਰ 1984 ਨੂੰ 3 ਦਿਨ ਨਾ ਕੋਈ ਪੁਲਿਸ ਆਈ, ਨਾ ਕੋਈ ਥਾਣਾ ਖੋਲਿਆ ਰੱਖਿਆ ਗਿਆ ਤੇ ਨਾ ਕੋਈ ਆਰਮੀ ਆਈ। ਘਰਾਂ ਚੋਂ ਕੱਢ ਕੇ ਗਲਾਂ 'ਚ ਟਾਇਰ ਪਾ ਕੇ ਸਿੱਖ ਸਾੜੇ ਗਏ, ਧੀਆਂ ਬੇਪਤ ਕੀਤੀਆਂ ਗਈਆਂ, ਗੁਰਦੁਆਰਿਆਂ ਨੂੰ ਅੱਗਾਂ ਲਾਈਆਂ ਗਈਆਂ। ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਜਿਉਂਦਾ ਸਿੱਖ ਜਿਹੜਾ ਉਹ ਸ਼ਹੀਦ ਕਰ ਦਿੱਤਾ ਗਿਆ। ਬੜਾ ਵੱਡਾ ਜ਼ੁਲਮ ਅਤਿਆਚਾਰ ਦਿੱਲੀ ਦੀ ਧਰਤੀ ਤੇ ਕੀਤਾ ਗਿਆ। ਜਦ ਵੀ ਬੈਠਣਾ ਚਾਹੀਦਾ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਸ਼ ਬ੍ਰਹਮ ਗਿਆਨੀ, ਉਹ ਆਪਣੀ ਮੁਬਾਰਕ ਰਸਨਾ ਤੋਂ ਬਚਨ ਕਰਿਆ ਕਰਦੇ ਸਨ, ਖਾਲਸਾ ਜੀ ਸ਼ਾਂਤ ਰਹਿਣਾ ਹੈ, ਪਰ ਨਾਲ ਤਿਆਰੀ ਵੀ ਰੱਖਣੀ ਹੈ। ਅਸੀਂ ਕੁੱਟ ਖਾ ਕੇ ਕਹਿੰਦੇ ਹਾਂ ਵੀ ਸਰਕਾਰ ਨੇ ਬੜਾ ਜ਼ੁਲਮ ਕੀਤਾ ਹੈ। ਮਹਾਪੁਰਸ਼ ਕਹਿੰਦੇ ਸਨ ਵੀ ਨਹੀਂ, ਸ਼ਾਂਤੀ ਵੀ ਰੱਖਣੀ ਹੈ, ਜਿੰਨਾ ਚਿਰ ਤੱਕ ਸ਼ਾਂਤੀ ਰਹਿੰਦੀ ਹੋਵੇ। ਪਰ ਜੇ ਮਜਬੂਰੀ ਬਣ ਜਾਏ ਫਿਰ ਤਿਆਰੀ ਬਿਲਕੁਲ ਨਾਲ ਰੱਖੋ। ਕੁੱਟ ਖਾ ਕੇ ਸਿੱਖ ਨੇ ਘਰ ਨੂੰ ਨਹੀਂ ਆਉਣਾ। ਗੁਰੂ ਕਾ ਸਿੱਖ ਹੋਵੇ, ਉਹ ਪੱਗ ਲੁਆ ਕੇ ਤੇ ਕੇਸ ਖਿਲਰੇ ਹੋਣ ਤੇ ਕੁੱਟ ਖਾ ਕੇ ਘਰ ਨੂੰ ਤੁਰਿਆ ਆਉਂਦਾ ਹੋਵੇ ਤੇ ਘਰੇ ਆ ਕੇ ਦੱਸੇ ਵੀ ਮੈਨੂੰ ਕੁੱਟ ਪੈ ਗਈ। ਮਹਾਪੁਰਸ਼ ਕਿਹਾ ਕਰਦੇ ਸਨ, ਇਹ ਗੁਰੂ ਕੇ ਸਿੱਖ ਦਾ ਕੰਮ ਨਹੀਂ। ਚੜ੍ਹਦੀ ਕਲਾ ਵਿੱਚ ਗੁਰੂ ਕੇ ਸਿੱਖ ਨੇ ਵਿਚਰਨਾ ਹੈ। ਦਿੱਲੀ ਦੀ ਧਰਤੀ ਤੇ ਅਸੀਂ ਸ਼ਾਂਤ ਰਹਿਣਾ ਹੈ, ਪਰ ਸ਼ਾਂਤੀ ਦੇ ਨਾਲ ਅਸੀਂ ਆਪਣੀ ਸੁਰੱਖਿਆ ਦਾ ਵੀ ਪ੍ਰਬੰਧ ਕਰਕੇ ਰੱਖਣਾ ਹੈ ਵੀ ਸਾਡੇ ਨਾਲ ਕੋਈ ਅਣਸੁਖਾਵੀਆਂ ਘਟਨਾ ਨਾ ਵਾਪਰਨ। ਸਿੱਖ ਆਪਣੀ ਪਹਿਰੇਦਾਰੀ ਆਪ ਕਰਦਾ ਹੈ। ਜੇ ਸਿੱਖ ਆਪਣੀ ਪਹਿਰੇਦਾਰੀ ਆਪ ਨਹੀਂ ਕਰੇਗਾ ਤਾਂ ਦੁਨੀਆ ਵਿੱਚ ਉਹਦਾ ਕੀ ਮੈਸੇਜ ਆਏਗਾ ਵੀ ਜੇ ਸਿੱਖ ਆਪਣੀ ਰੱਖਿਆ ਨਾ ਕਰ ਸਕਿਆ ਤਾਂ ਦੁਨੀਆ ਦੀ ਕਿਵੇਂ ਉਹ ਕਰੇਗਾ। ਸਿੱਖ ਨੇ ਆਪਣੀ ਵੀ ਰੱਖਿਆ ਕਰਨੀ ਹੈ ਤੇ ਦੂਜੇ ਦੀ ਵੀ ਰੱਖਿਆ ਕਰਨੀ ਹੈ। ਰਸਨਾ ਪਵਿੱਤਰ ਕਰੋ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਮਤੀ ਦਾਸ ਆਰੇ ਨਾਲ ਚੀਰੇ ਗਏ, ਭਾਈ ਦਿਆਲ ਦਾਸ ਦੇਗ ਵਿੱਚ ਉਬਾਲ ਦਿੱਤੇ ਗਏ। ਜਿਉਂਦੇ ਸਿੱਖ 1984 ਵਾਲੀ ਘਟਨਾ 1675 ਵਿੱਚ ਵੀ ਹੋਈ। 10 ਨਵੰਬਰ 1975 3 ਸਿੱਖ ਸ਼ਹੀਦ ਕੀਤੇ ਗਏ। ਭਾਈ ਸਤੀ ਦਾਸ ਜਿਉਂਦੇ ਜੀ ਰੂਹ ਵਿੱਚ ਲਪੇਟ ਕੇ ਅੱਗ ਲਾ ਕੇ ਸਾੜ ਦਿੱਤੇ ਗਏ। 11 ਨਵੰਬਰ ਨੂੰ 54 ਸਾਲ ਦੀ ਉਮਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ।
ਗੁਰਦੇਵ ਪਾਤਸ਼ਾਹ ਨੇ ਸ਼ਹਾਦਤ ਦੇਣ ਵੇਲੇ ਔਰੰਗਜ਼ੇਬ ਨੂੰ ਕਿਹਾ ਸੀ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ। ਇੱਕ ਦੋ ਨਹੀਂ ਪਰਖ ਲੈ 100 ਤੇਗਾਂ। ਮੈਨੂੰ ਲਕਬ ਹੈ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾਂ। ਮੈਂ ਜੰਮਦਿਆਂ ਤੇਗਾਂ ਦੀ ਸ਼ਾਨ ਮਾਣੀ, ਵੇਖ ਬਾਪੂ ਦੀਆਂ ਪਹਿਲੀਆਂ 2 ਤੇਗਾਂ। ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾਂ। ਹੁਣ ਵੀ ਵੇਖੀ ਆਉਂਦੇ ਭਵਿੱਖ ਅੰਦਰ ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ। ਉਹਦੀ ਤੇਗ ਚੋਂ ਐਸੀ ਤੇਗ ਨਿਕਲੂ ਲੱਖਾਂ ਲੈਗੀ ਤੇਰੀਆਂ ਖੋ ਤੇਗਾਂ। ਦਿੱਲੀ ਦੀ ਧਰਤੀ ਤੇ ਹਜ਼ੂਰ ਨੇ ਵੰਗਾਰ ਕੇ ਆਖਿਆ ਸੀ ਔਰੰਗਜ਼ੇਬ मैं शहादत देने वास्ते आया हाँ, पर इस तो अगली जी पातशाही है वो शहादत नहीं देगी, शांतमय तरीके नाल खंडा खड़कावेगी। एक पातशाही शांतमय तरीके नाल शहादत देवेगी, दूजी पातशाही खंडा खड़काएगी। भावें पंजवें पातशाह ने शांतमय शहादत दी, 6वें पातशाह जी ने फिर 4 जंगां लड़ियां ने, 9वें पातशाह जी ने शांतमय तरीके नाल शहादत दी ते 10वें पातशाह जी ने जीवन दियां 17 जंगां लड़ियां, 14 वड्डियां ते 3 छोटियां जंगां। एक भी जंग विच हार नहीं, भावें 10-10 लख चढ़ के आया। 9वें पातशाह जी दे बचन पूरे हो गए, लखां लैगी तेरियां खो तेगां। हजूर ने कहा अगली पातशाही उत्ते भावें लखां तेगां चढ़ के आ जान, ओदी तेग चों ऐसी तेग निकलू लखां लैगी तेरियां खो तेगां। भावें 10 लख दा घेरा पा के बह जाओ, वो तेग हारेगी नहीं, टुटेगी नहीं, खुंडी नहीं होएगी, तुहानू चीरेगी, तुहाडे जालम राज दा खात्मा करेगी। दिल्ली विखे शहादत हुई 9वें पातशाह जी दी 3 सिखां दी। रानी मां स्वर्णमती ने कथा सुनाई, कई दिन पुत्र वैराग विच रहा, ना तिस भुख ना नींद ना खाना सोवना, ना उन्होंने चंगा लगता हसना ना गल्लां करदा, ना वो चंगी तरह खांदा ना सौंदा। ओहदे नेत्र हर समय वैराग विच रहिंदे ने। मां ने एक दिन बड़े प्यार नाल पुछ लिया, पुत्र इन्ना वैराग सतगुरां दी शहादत दा कथा जिहड़ा असर है इन्ना ज़्यादा तेरे हिरदे ते होया। विरले विरले श्रद्धालु ने साध संगत जेड़े याद रखते हैं भी गुरमत समागम में की सुनाया गया, नहीं तो 5 दिनों बाद किसी ਸਰੋਤੇ ਨੂੰ ਪੁੱਛ ਲਓ ਵੀ ਫਲਾਣੇ ਜਥੇ ਨੇ 3 ਦਿਨ ਗੁਰਮਤਿ ਸਮਾਗਮ ਹੋਇਆ ਕੀ ਸੁਣਾਇਆ। ਅਸੀਂ ਯਾਦ ਰੱਖਣ ਦਾ ਜਿਹੜਾ ਉਦਮ ਹੈਗਾ ਉਹ ਘੱਟ ਕਰਦੇ ਹਾਂ। ਬਹੁਤੇ ਸ਼ਰਧਾਲੂ ਤੇ ਕਰ ਜਾਂਦਿਆਂ ਤੱਕ ਵਿਸਰ ਜਾਂਦਾ ਸਾਨੂੰ, ਤੇ ਜਾਂ ਕਿਤੇ 10-15 ਦਿਨ ਬੀਤ ਜਾਣ ਤੇ ਸਾਨੂੰ ਵਿਸਰ ਜਾਂਦਾ ਵੀ ਫਿਰ ਕੀ ਸੁਣਾਇਆ ਗਿਆ। ਪਰ ਵਿਰਲੇ ਵਿਰਲੇ ਸ਼ਰਧਾਲੂ ਨੇ ਜਿਹੜੇ ਗੁਰੂ ਦਾ ਇੱਕ ਬਚਨ ਸੁਣ ਲੈਣ ਤੇ ਉਹਨਾਂ ਦਾ ਜੀਵਨ ਬਦਲ ਜਾਇਆ ਕਰਦਾ, ਤੇ ਉਹਨਾਂ ਨੂੰ ਰਹਿੰਦੀ ਉਮਰ ਯਾਦ ਰਹਿੰਦਾ ਵੀ ਮੈਂ ਫਲਾਣੇ ਗੁਰਮਤਿ ਸਮਾਗਮ ਵਿੱਚ ਗਿਆ, ਉੱਥੇ ਮੈਂ ਆ ਗੁਰੂ ਦੀ ਗੱਲ ਸੁਣੀ, ਮੇਰੇ ਜੀਵਨ ਵਿੱਚ ਤਬਦੀਲੀ ਆ ਗਈ ਤੇ ਮੈਨੂੰ ਯਾਦ ਹੈ ਵੀ ਮੈਂ ਕਿਹੜਾ ਗੁਰੂ ਦਾ ਬਚਨ ਸੁਣ ਕੇ ਮੇਰਾ ਜੀਵਨ ਬਦਲਿਆ ਗਿਆ। ਰਾਜਾ ਰਤਨ ਰਾਏ ਦੇ ਹਿਰਦੇ ਉੱਤੇ ਬੜਾ ਵੱਡਾ ਸ਼ਹਾਦਤ ਦਾ ਅਸਰ ਹੋਇਆ। ਕਈ ਦਿਨ ਵੈਰਾਗ ਵਿੱਚ ਰਿਹਾ। ਮਾਂ ਨੇ ਪੁੱਛ ਲਿਆ ਪਿਆਰ ਨਾਲ ਕੋਲ ਬਿਠਾ ਕੇ, ਪੁੱਤਰ ਇੰਨੇ ਵੈਰਾਗ ਦਾ ਕਾਰਨ? ਆਖਿਆ ਮਾਂ ਮੈਂ ਬੜੇ ਮਾੜੇ ਭਾਗਾਂ ਵਾਲਾ ਹਾਂ, जिस गुरदेव के बचना नाल मेरा आगमन होया, जन्म होया, मां मैं उस सतगुरु के दर्शन नहीं कर सकिया। मां ने आख्या पुत्र तू दर्शन नहीं करने चाहना है ना सतगुरां दे, आ मैं तेनू दर्शन करावां। 9वें पातशाह किते गए नहीं, अज भी हन वो 10वें पातशाह के रूप में अपने साहबजादे के रूप में तख्त उत्ते बैठ के दर्शन दीदार दे रहे हैं। ते पुत्र अगर तू 9वें पातशाह के दर्शन करने चाहना है, कलगीधर जी के दर्शन कर ले, तेनों उन्हां दे मुबारक चेहरे विचों 9वें पातशाह जी के दर्शन हो जाएंगे, जीवन सफल हो जाएगा। एक बार फिर दीदारियां की इच्छा हिरदे विच प्रगट हो गई। मां फिर लैके चलो आनंदपुर साहिब जाके दर्शन करके आवा। मां ने आखा पुत्र गुरु जानी जान है, गुरु समर्थ है, तू इत्थे बैठ के गुरु नूं याद करेगा तो गुरु तेनों आनंदपुर तो सदा भेजेगा भी आके दर्शन करो। अपने बच्चे नूं असीं केवल साबत सूरत बना दिता, 5 ककार धारण करा दिते, उन्होंने दस्तार सजाउण ते जोर दे दिता है तो ठीक है, तो बाहरी गुरु की बख्शिश का पहरावा है मनुख पा लेगा, पर अंदर जिहड़ा भावना का शरधा का विश्वास का थड़ा बनाउण ते वक्त लगता है, वो बड़ी वड्डी जिम्मेवारी है भी अंदर सिक्खी का जिहड़ा थड़ा है वो कायम होवे। नहीं तो बाहरी तौर पर साध संगत दस्तार सजाउणी कोई बहुत औखी बात नहीं। जिन्हां ने पंजाब नूं लुटिया है, जिन्हां ने पंथ नूं लुटिया है, उन्हां ने साबत सूरत होकर ते पग्गां बंध के लुटिया। साडे सामने अज सारा कुछ है, कोई भुलियां विसरियां यादां नहीं, अजे जो कुछ हो रहा साडे सामने, पर अंदर जिहड़ा शरधा दा भावना दा विश्वास दा थड़ा बनाउणा है, ये मां बाप दा काम है, गुरु दा काम है, अध्यापक दा काम है। वो अपने सिख दे अपने श्रद्धालु दे अपने बच्चे दे हिरदे विच शरधा दा थड़ा बना देण। मां ने आख्या पुत्र गुरु इन्ना जानी जान है, तू इत्थे बैठ के याद करेगा तो तेनों आनंदपुर तो सदा आएगा।
महाराज तेनू आप सदणगे भी रतन राय आनंदपुर साहिब आके दर्शन कर ले। बड़ी वड्डी गल है मां वास्ते भी इन्नी शरधा सतगुरु के चरणों उत्ते ते उस तो वड्डी गल भी अपने पुत्र के मन में किड्डी वड्डी शरधा रखी भी पुत्र तू बैठ के ते आप बंदगी कर। मेरा विश्वास है महाराज तेनू आवाज मार के दर्शन देंगे। डॉक्टर भाई वीर सिंह जी लिखते ने सीने खिच जिन्हां ने खाधी वो कर आराम ना बहिंदे निहों वाले नैना की नींदर वो दिने रात पै बहिंदे। जिन्होंने गुरु के दीदारियां की इच्छा लगी होवे उन्होंने संसार चंगा नहीं लग्या करता। राजा रतन राय दिन रात हुण चौकड़ा ला के जपदा है सब गोबिंद है, सब गोबिंद है, गोबिंद बिंद नहीं कोई। जपदा है सतगुरु की अमृतमय बाणी के बचन ने कबीर केसो केसो कूकी है। सिखा पुकारदा रहे अपने गुरु नूं, आवाज मारदा रहे जिवें बबीखा स्वांती बूंद प्राप्त करने वास्ते पुकारदा है। बबीखा प्रयो प्रयो करे वो प्यारे प्रभु नूं आवाज मारदा है जिवें चकोर कदे चंद के दर्शनां नूं तरसदी है। इदां सिखा कदे अखां बंद कर हिरदे विच गुरु की मूर्त वसा गुरमूर्त गुर शब्द है ते अपने गुरु नूं तेनू गुरु आवाज मार के दर्शन देगा। रतन राय नेत्रां विच वैराग ते बंदगी करदा है। प्रभ कीजा कृपा निधान हम हर गुण गावहगे हों तुमरी करो नेतास प्रभ मुखे कब गल लावहगे। सतगुरु भिन्नी रैन कदों आएगी जदों दीदार होणगे तुहाडे। बबीहा अमृत वेला बोलिया तां दर सुनी पुकार में गहनो फरमान होआ बरस हो कृपा धार। ਇਹਦੇ दिल की हूक ਇਹਦੀ पुकार चली गई आनंदपुर साहिब विखे। कलगियां वाले दाता मेहरां दे घर विच आए, कोरा कागज लिया कलम लई, कोरे कागज दी एक कुत्ते 4 अखर पा दिते। सत्संग तो वक्त केड़ा है वो समा है गुरु गोबिंद सिंह महाराज जी दे आनंद कारज दा। महाराज जी दे आनंद कारज होने सन उदों कलगीधर पातशाह जी दे। महाराज हिंदुस्तान के कोने कोने विच वसदियां गुरु नानक नाम लेवा सिख संगतां नूं चिट्ठियां पा के आनंदपुर साहिब सद रहे सन कि संगत जी साडा आनंद कारज है आके तुसीं भी हाजरी भरो। ते हजूर दे हिरदे विच इहदी फरियाद पहुंची। कलगियां वाले पातशाह ने एक अहम चिट्ठी गौरीपुर दे राजा रतन राय नूं भेजी। एक जेड़ा सांटनी घोड़ सवार जेड़ा तेज रफ्तार विच पैंडा तय करदा है, महाराज ने उहदे हत्थ चिट्ठी दित्ती, ओनू गौरीपुर भेजिया। अमृत वेले दा समय गौरीपुर दे किले दा दरवाजा खड़किया, दरवाजा खुलिया। सेवादार ने पूछिया कौन आए हो, कित्थों आए हो? आखिया मैं आनंदपुर तो आया हाँ, गुरु गोबिंद सिंह महाराज जी दा सिख। ओनू जी आया कहा गया, बिठाया गया, प्रसादा छकाया गया। आखिया मैं महाराज जी का हुक्मनामा लैके आया हाँ। पहला हुक्मनामे की भेटा दी गई। तय साहब की बात जे आखा कहो नानक क्या दीजै, शीस बड़े कर बैसन दीजै, बिन सिर सेव करीजै। हुक्मनामा सुनने तो पहला सिख भेटा दिया करते सन। हुक्मनामे की सिखा तू मेरे गुरु की मैनू बात सुनाउण लग्या है। इतिहास कहता हुक्मनामा सुनाया, राजा रतन राय साडा आनंद कारज है, आनंदपुर साहिब आके तुसीं भी हाजरी भरो ते दर्शन दीदार करो। राणी मां स्वर्णमती प्रसन्न हुई, पुत्र नूं आख्या पुत्र तेरी फरियाद गुरु के चरणों में प्रवान हो गई है। महाराज तेनू आवाज मार रहे ने। महाराज ने आवाज मार के आख्या भी इत्थे आके दर्शन कर सकते हो। इतिहास कहता तैयारी कर लई। राजा अति प्रसन्न होया भी मां मेरी फरियाद सतगुरां दे चरणों में पहुंची है, मैं दर्शन करन जावांगा। ते महाराज मां चिट्ठी विच लिखिया भी साडा आनंद कारज है, खुशी का वक्त है, सतगुरां नूं कोई तोहफे भेटा करने चाहिए ने। खुशी का घर में समा होवे, रिश्तेदार साख संबंधी भैन भरा आउंदे ने, हर कोई सोचता मैं कोई तोहफा लैके जावां, खाली हथ ना जावां। सतगुरां दा आनंद कारज है, की भेटा लैके जाइए। विचार कर ले भी की भेटा लैके जानी चाहिए है। आओ तकीए जरा, भेटावां बड़ियां कीमती लईआं ने। राजा रतन राय ने असाम देश हाथियां दा देश मन्निया जांदा है। एक बेशुमार कीमती हाथी महाराज वास्ते खरीदिया है, जिहदे वर्गा होर कोई नहीं। वो काले रंग का हाथी, कद छोटा है, ਉਹਦੇ मत्थे ते चिट्टे रंग का निशान, ਉਹਦੀ सुंड तो लैके पूंछ तक एक चिट्टे रंग की धारी। वो धारी हाथी दियां मगरलियां लत्तां वाले पासे आके इउं बिखर जाती है। दूरों वेखण नूं इउं लगदा है जिवें किसी पहाड़ तो बर्फ ढलदी पई होवे। जदों बर्फ पहाड़ां तो ढलदी है तो धारियां बन जांदियां ने, इदां हाथी दे सिर उत्ते धारियां बणीਆਂ ने। ते राजे ने आख्या कि हाथी महाराज नूं भेटा करना है ते किते इह ना होवे भी ये गुरु घर दा राशन बहुता छकी जावे ते सेवा महाराज जी दी करे कोई ना। सेवा थोड़ी मंगन बहुता, किते इदां दी गल ना हो जाए भी महाराज दे घर रवे, छकी ज्यादा जावे ते सेवा करे ना। ये ते पाप चढ़ाउण वाली बात हो जाएगी जे महाराज जी दी इन्हें कोई खिदमत ना कीती। इन्हें एक विशेष गुणवान व्यक्ति सद्या। राजे ने आख्या हाथी नूं कुछ गुण सिखाए जाण, ये गुरु दी जाके टहल सेवा कर सके। कई बार साध संगत बंदा गड्डी ते लै लैंदा महंगी, पर जदों सड़क ते चलाउंदा ते फिर वो तेल ज़्यादा खांदी है, फिर कहंदा भी इहनूं घर ही खड़ी कर दिओ। ते घर कई खलोती दा भी फिर खर्चा है।
ਤੇ ਜੇ ਕੋਈ ਆ ਕੇ ਪੁੱਛ ਲਵੇ ਫਲਾਣਾ ਸਿਆ ਇੰਨੀ ਮਹਿੰਗੀ ਗੱਡੀ ਲਿਆਂਦੀ ਏ, ਇਹਨੂੰ ਚਲਾਉਂਦਾ ਕਿਉਂ ਨਹੀਂ, ਵੇਖਣ ਵਿੱਚ ਤੇ ਇੰਨੀ ਸੋਹਣੀ ਏ, ਇਹਨੂੰ ਵਰਤਦਾ ਕਿਉਂ ਨਹੀਂ। ਤੇ ਕਈ ਵਾਰ ਬੰਦਾ ਤੰਗ ਹੋ ਕੇ ਕਹਿ ਦਿੰਦਾ ਵੀ ਜੇ ਇਹਨੂੰ ਵਰਤਦੇ ਆ ਇਹਦਾ ਖਰਚਾ ਬਹੁਤ ਹੈ, ਐਵਰੇਜ ਥੋੜੀ ਏ ਤੇ ਤੇਲ ਜ਼ਿਆਦਾ ਖਾਂਦੀ ਏ, ਘਰ ਵਿੱਚ ਖੜੀ ਵੀ ਕਰਦੇ ਆ ਤੇ ਤਾਂ ਵੀ ਖਰਚਾ ਹੈ। ਤੇ ਫਲਾਣਾ ਸਿਆ ਇਉਂ ਕਹਿ ਲੈ ਵੀ ਜਿਵੇਂ ਬੂਹੇ ਹਾਥੀ ਬੰਨਿਆ, ਹਾਥੀ ਬੂਹੇ ਬੰਨਣ ਵਾਲਾ ਕੰਮ ਹੋ ਗਿਆ ਵੀ ਜੇ ਚਲਾਉਨੇ ਆ ਤੇ ਖਰਚਾ ਜ਼ਿਆਦਾ, ਤੇ ਜੇ ਦਿੰਨੇ ਆ ਤੇ ਜਿਹੜੀ ਟੌਰ ਹੈ ਸ਼ਾਨ ਹੈ ਉਹ ਖਰਾਬ ਹੁੰਦੀ ਹੈ, ਨਾ ਵਰਤਣ ਜੋਗੇ ਤੇ ਨਾ ਵੇਚਣ ਜੋਗੇ। ਰਾਜਾ ਆਖਣ ਲੱਗਾ ਕਿਤੇ ਇਹ ਨਾ ਹੋਵੇ ਵੀ ਇਹ ਸ਼ਕੀ ਜ਼ਿਆਦਾ ਜਾਵੇ ਗੁਰੂ ਘਰ ਵਿੱਚ ਤੇ ਸੇਵਾ ਕਰੇ ਕੋਈ ਨਾ, ਇਦਾਂ ਨਹੀਂ ਹੋਣਾ ਚਾਹੀਦਾ। ਇਹਦੇ ਵਿੱਚ ਕੁਝ ਗੁਣ ਹੋਣ, ਮਹਾਰਾਜ ਜੀ ਦੀ ਸੇਵਾ ਕਰੇ। ਗੁਣਵਾਨ ਵਿਅਕਤੀ ਸੱਦਿਆ ਗਿਆ, ਹਾਥੀ ਨੂੰ ਗੁਣ ਸਿਖਾਏ ਗਏ। ਇਹ ਆਪਣੀ ਸੁੰਡ ਵਿੱਚ ਜਲ ਭਰ ਕੇ ਮਹਾਰਾਜ ਜੀ ਦੇ ਚਰਨ ਸੁੱਚੇ ਕਰਾਵੇ। ਇਹ ਆਪਣੀ ਸੁੰਡ ਵਿੱਚ ਚੌਰ ਲੈ ਕੇ ਕਲਗੀਧਰ ਪਾਤਸ਼ਾਹ ਉੱਤੇ ਚੌਰ ਦੀ ਸੇਵਾ ਕਰੇ। ਜਦੋਂ ਮਹਾਰਾਜ ਤਖਤ ਉੱਤੇ ਬੈਠਣ, ਜਦੋਂ ਮਹਾਰਾਜ ਕਿਤੇ ਤੀਰ ਚਲਾਉਣ, ਸਤਿਗੁਰਾਂ ਦਾ ਤੀਰ ਦੂਰੋਂ ਲੱਭ ਕੇ ਲਿਆ ਕੇ ਸਤਿਗੁਰਾਂ ਨੂੰ ਵਾਪਸ ਭੇਟਾ ਕਰੇ। ਜਦੋਂ ਮਹਾਰਾਜ ਦੀ ਸਵਾਰੀ ਕਰਨ, ਇਹ ਸੁੰਡ ਵਿੱਚ ਮਿਸਾਲ ਲੈ ਕੇ ਅੱਗੇ ਅੱਗੇ ਚਾਨਣ ਵੀ ਕਰੇ। ਇਦਾਂ ਹੀ ਮਹਾਰਾਜ ਜੀ ਦੀਆਂ ਖੁਸ਼ੀਆਂ ਲਵੇ। ਇਦਾਂ ਹੀ ਸਤ ਸੰਗਤ ਇੱਕ ਸ਼ਸਤਰ ਤਿਆਰ ਕਰਾਇਆ ਗਿਆ, ਉਹਦਾ ਨਾਮ ਹੈ ਪੰਚ ਕਲਾ ਸ਼ਸਤਰ। ਉਹਦੀ ਕਲਾ ਦਬਾ ਦਿੱਤੀ ਜਾਏ ਉਹ ਰਿਵਾਲਵਰ ਬਣਦਾ, ਫਿਰ ਉਹਦੀ ਕਲਾ ਦਬਾ ਦਿੱਤੀ ਜਾਏ ਬਟਨ ਦਬਾਇਆ ਜਾਏ ਉਹ ਗਾਤਰੇ ਦੀ ਕਿਰਪਾਨ ਬਣਦਾ, ਫਿਰ ਉਹਦੀ ਕਲਾ ਦਬਾ ਦਿੱਤੀ ਜਾਏ ਉਹ ਗੁਰਜ ਬਣਦਾ, ਫਿਰ ਉਹਦੀ ਕਲਾ ਦਬਾ ਦਿੱਤੀ ਜਾਏ ਸਤ ਸੰਗਤ ਉਹ ਨੇਜੇ ਦਾ ਰੂਪ ਧਾਰਨ ਕਰ ਲੈਂਦਾ। ਇਦਾਂ ਉਹ ਪੰਜ ਵੱਖਰੇ ਵੱਖਰੇ ਤਰੀਕਿਆਂ ਨਾਲ ਵਰਤਿਆ ਜਾ ਸਕਦਾ। ਸ਼ਸਤਰ ਇੱਕੋ ਹੀ ਹੈ ਪਰ ਉਹ ਪੰਜ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ। ਨਾਮ ਹੈ ਉਸ ਦਾ ਪੰਚ ਕਲਾ ਸ਼ਸਤਰ। ਇੱਕ ਚੰਦਨ ਦੀ ਚੌਂਕੀ ਮਹਾਰਾਜ ਵਾਸਤੇ ਤਿਆਰ ਕਰਾਈ, ਉਹਦੀ ਕਲਾ ਦਬਾਓ, ਉਹ ਖੁੱਲ ਕੇ ਚੌਪਰ ਵਿਛ ਜਾਂਦਾ ਹੈ। ਉਹਦੇ ਵਿੱਚੋਂ ਕੱਟ ਪੁਤਲੀਆਂ ਨਿਕਲਦੀਆਂ ਨੇ, ਉਹ ਕਰਤੱਵ ਦਿਖਾਉਂਦੀਆਂ ਨੇ, ਉਹਦਾ ਤਖਤ ਵੀ ਬਣ ਜਾਂਦਾ ਹੈ। ਇਦਾਂ ਬੇਸ਼ੁਮਾਰ ਕੀਮਤੀ ਭੇਟਾਵਾਂ ਤਿਆਰ ਕਰਕੇ ਆਪਣੇ ਪਰਿਵਾਰ ਨੂੰ ਨਾਲ ਲਿਆ, ਤੁਰਿਆ ਹੈ ਗੌਰੀਪੁਰ ਤੋਂ ਵਾਇਆ ਪਟਨਾ ਸਾਹਿਬ ਹੁੰਦਾ ਹੋਇਆ, ਚੱਲਦਾ ਚੱਲਦਾ ਆਇਆ ਹੈ ਪੰਜਾਬ। ਦਰਿਆ ਸਤਲੁਜ ਦੇ ਕੰਢੇ ਉੱਤੇ ਪਹਾੜੀਆਂ ਦੇ ਵਿੱਚ ਨਗਰ ਵਸਿਆ ਹੋਇਆ ਸ਼੍ਰੀ ਅਨੰਦਪੁਰ ਸਾਹਿਬ। ਕੇਸਰੀ ਨਿਸ਼ਾਨ ਸਾਹਿਬ ਫਰਾਟੇ ਮਾਰਦਾ ਪਿਆ। ਕਲਗੀਧਰ ਜੀ ਦੀ ਲਾਡਲੀ ਫੌਜ ਗੁਰੂ ਕੇ ਨਿਹੰਗ ਸਿੰਘ, ਜਿਨ੍ਹਾਂ ਦੀਆਂ ਕੋਹਣੀਆਂ ਅਰਕਾਂ ਤੱਕ ਜਿਹੜੀਆਂ ਨੇ ਉਹ ਬਾਹਾਂ ਕੜਿਆਂ ਨਾਲ ਭਰੀਆਂ ਹੋਈਆਂ ਨੇ। ਤੇ ਜਦੋਂ ਕੜੇ ਨਾਲ ਕੜਾ ਵੱਜਦਾ ਉਹਦੇ ਵਿੱਚੋਂ ਚੰਗਿਆੜੇ ਨਿਕਲਦੇ ਨੇ, ਅੱਗ ਨਿਕਲਦੀ ਹੈ। ਤੇ ਨਿਹੰਗ ਸਿੰਘ ਆਪਣੀ ਰਸਨਾ ਤੋਂ ਪੜ੍ਹਦੇ ਨੇ ਖਗ ਖੰਡ ਬਿਹੰਡੰ ਖਲਦਲ ਖੰਡੰ ਅਤਰਨ ਮੰਡੰ ਬਰ ਬੰਡੰ ਕੁਝ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ ਸੁਖ ਸੰਤਾ ਕਰਨੰ ਦੁਰਮਤ ਦਰਨੰ ਕਿਲਬਿਖ ਹਰਨੰ ਅਸਰਨੰ ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ ਮਮ ਪ੍ਰਤਪਾਰਨ ਜੈ ਤੇਗੰ ਸ਼੍ਰੀ ਜੈ ਤੇਗੰ। ਉਹਨਾਂ ਦੇ ਚਿਹਰੇ ਤੇ ਲਾਲੀਆਂ ਭਖਦੀਆਂ ਨੇ। ਰਾਜਾ ਰਤਨ ਰਾਏ ਸ਼ਰਧਾ ਵਿੱਚ ਆਇਆ, ਅੱਖਾਂ ਲੱਗਾ ਜਿਸ ਗੁਰੂ ਦੇ ਦਿਦਾਰਿਆਂ ਵਿੱਚ ਇੰਨੀ, ਜਿਨ੍ਹਾਂ ਸਿੱਖਾਂ ਦੇ ਦਿਦਾਰਿਆਂ ਵਿੱਚ ਇੰਨੀ ਸ਼ਾਂਤੀ ਹੈ, ਇੰਨੀ ਚੜ੍ਹਦੀ ਕਲਾ ਹੈ, ਗੁਰੂ ਦਾ ਦਿਦਾਰ ਕੈਸਾ ਹੋਏਗਾ। ਉਹ ਡਿੱਕਣ ਲੱਗਿਆ, ਮਹਾਰਾਜ ਜੀ ਦੇ ਦਰਸ਼ਨ ਹੋਣ, ਆਪਣਾ ਸੇਵਾਦਾਰ ਭੇਜਿਆ, ਸਤਿਗੁਰਾਂ ਦੇ ਕੋਲੋਂ ਵਕਤ ਲਿਆ। ਮਹਾਰਾਜ ਰਾਜਾ ਦਰਸ਼ਨ ਕਰਨ ਆਇਆ। ਸਤਿਗੁਰਾਂ ਨੇ ਕਿਹਾ ਤੀਜੇ ਪਹਿਰ ਦੇ ਦਰਬਾਰ ਆ ਸਕਦਾ ਹੈ ਰਾਜਾ। ਠੀਕ ਤੀਜੇ ਪਹਿਰ ਦਾ ਵਕਤ ਹੋਇਆ। ਅੱਜ ਰਾਣੀ ਮਾਂ ਸਵਰਨਮਤੀ ਆਪਣੇ ਪ੍ਰਾਣਨਾਥ ਸਵਾਮੀ ਨੂੰ ਯਾਦ ਕਰਕੇ ਆਖਣ ਲੱਗੀ, ਸਵਾਮੀ ਮੇਰਾ ਤੁਹਾਡੇ ਨਾਲ ਕੀਤਾ ਹੋਇਆ ਬਚਨ ਨਿਭ ਗਿਆ। ਤੁਹਾਡਾ ਪੁੱਤਰ ਗੁਰੂ ਘਰ ਦਾ ਬੜਾ ਵੱਡਾ ਪ੍ਰੀਤਵਾਨ ਹੈ, ਅੱਜ ਗੁਰੂ ਦੇ ਦਰਸ਼ਨ ਕਰਨੇ ਆਨੰਦਪੁਰ ਸਾਹਿਬ ਆਇਆ। ਇਤਿਹਾਸ ਕਹਿੰਦਾ ਚੱਲਦਾ ਚੱਲਦਾ ਰਾਜਾ ਲੈ ਕੇ ਭੇਟਾਵਾਂ ਨਾਲ ਆਪਣੇ ਹਿਰਦੇ ਵਿੱਚ ਗੁਰੂ ਦੀ ਮੂਰਤ ਬਣਾਉਂਦਾ ਆ ਰਿਹਾ ਵੀ ਮਹਾਰਾਜ ਕੈਸੇ ਹੋਣਗੇ, ਹਜ਼ੂਰ ਜੀ ਦੀ ਦਿੱਖ ਕੈਸੀ ਹੋਏਗੀ। ਮਨ ਵਿੱਚ ਢੇਰੀਆਂ ਬਣਾਉਂਦਾ ਤੇ ਢਾਉਂਦਾ ਤੁਰਿਆ ਆ ਰਿਹਾ। ਜਦੋਂ ਦਰਬਾਰ ਦੇ ਮੇਨ ਦਰਵਾਜ਼ੇ ਉੱਤੇ ਆਇਆ, ਐਨ ਤਖਤ ਉੱਤੇ ਸਾਹਮਣੇ ਇੱਕ ਪ੍ਰਕਾਸ਼ ਤੱਕਿਆ, ਇੱਕ ਦਿਵ ਮੂਰਤੀ ਬਿਰਾਜਮਾਨ ਹੈ, ਜਿਹਦਾ ਤੇਜ ਨਾ ਚੱਲਿਆ ਜਾਣ ਵਾਲਾ ਹੈ। ਜਿਵੇਂ ਸੂਰਜ ਵੱਲ ਤੱਕ ਕੇ ਕੋਈ ਨਿਗਾਹ ਭਰ ਕੇ ਨਹੀਂ ਤੱਕ ਸਕਦਾ, ਉਹਦੀਆਂ ਅੱਖਾਂ ਚੁੰਧਿਆ ਜਾਂਦੀਆਂ ਨੇ। ਇਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਖੁਮਾਰੀ ਭਰਿਆ ਚਿਹਰਾ ਤੱਕ ਕੇ ਰਾਜੇ ਦੀਆਂ ਅੱਖਾਂ ਚੁੰਧਿਆ ਗਈਆਂ। ਹਜ਼ੂਰ ਜੀ ਦੇ ਚੌੜਾ ਨੂਰਾਨੀ ਮਸਤਕ, ਡਲਕੂ ਡਲਕੂ ਕਰਦੇ ਖਿੱਚਵੇਂ ਨੇਤਰ, ਗੁਲਾਬ ਦੀਆਂ ਪੰਖੜੀਆਂ ਵਰਗੀਆਂ ਕੋਮਲ ਬੁੱਲੀਆਂ। ਹਜ਼ੂਰ ਜੀ ਦੇ ਮੁਖ ਵਿੱਚ ਦੰਦ ਇਦਾਂ ਸ਼ੋਭਾ ਪਾ ਰਹੇ ਨੇ ਜਿਵੇਂ ਕਿਸੇ ਧਾਗੇ ਵਿੱਚ ਸੁੱਚੇ ਮੋਤੀ ਪਰੋਏ ਹੋਏ ਹੋਣ। ਮਹਾਰਾਜ ਜੀ ਦੀ ਗਰਦਨ ਉੱਚੀ ਲੰਮੀ ਹੈ, ਗਲ ਵਿੱਚ ਸੁੱਚੇ ਮੋਤੀਆਂ ਦੀ ਮਾਲਾ ਹੈ, ਐਚਕਨ ਪਹਿਨੀ ਹੈ, ਜੇਬ ਉੱਤੇ ਗੁਲਾਬ ਦਾ ਫੁੱਲ ਟੰਗਿਆ ਹੈ। ਹਜ਼ੂਰ ਜੀ ਨੇ ਚੂੜੀਦਾਰ ਪਜਾਮੀ ਪਹਿਨੀ ਹੈ। ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਤਿੱਲੇਦਾਰ ਜੋੜਾ ਹੈ। ਹਜ਼ੂਰ ਜੀ ਦੇ ਸੀਸ ਉੱਤੇ ਚੱਕਰ ਸ਼ੋਭਾ ਪਾ ਰਹੇ ਨੇ। ਚੱਕਰਾਂ ਦੀ ਚਮਕ ਤੱਕ ਕੇ ਸੂਰਜ ਸ਼ਰਮਾ ਕੇ ਬੱਦਲਾਂ ਦੇ ਓਲੇ ਹੁੰਦਾ। ਕਲਗੀ ਸ਼ੋਭਾ ਪਾ ਰਹੀ ਹੈ, ਉਹਦੇ ਵਿੱਚ 9 ਤਰ੍ਹਾਂ ਦੇ ਰਤਨ ਜੜੇ ਹੋਏ ਨੇ। ਸੋਹਣਿਆਂ ਦੇ ਸੁਲਤਾਨ ਨੇ। ਇਉਂ ਲੱਗਦਾ ਜਿਵੇਂ ਕਰਤੇ ਪੁਰਖ ਨੇ ਸਾਰੇ ਸੰਸਾਰ ਦੀ ਸੁੰਦਰਤਾ ਇਕੱਠੀ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਮੁਖੜਾ ਤਿਆਰ ਕੀਤਾ ਹੋਵੇ, ਜਿਹੜਾ ਇੱਕ ਵਾਰੀ ਤੱਕਦਾ ਉਹ ਵੇਖਦਾ ਰਹਿ ਜਾਂਦਾ ਹੈ। ਜਦੋਂ ਐਸੀ ਮੂਰਤ ਦੇ ਦਰਸ਼ਨ ਕੀਤੇ, ਉਹਦੇ ਤੋਂ ਆਪ ਮੁਹਾਰੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਹੋ ਰਹੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ ਆਇਓ, ਧਿਆਨ ਮੈਂ ਨਾ ਧਿਆਨ ਆਇਓ, ਗਿਆਨ ਮੈਂ ਨਾ ਗਿਆਨ ਆਇਓ, ਗਤ ਮੈਂ ਨਾ ਗਤ ਹੈ, ਧੀਰਜ ਕੋ ਧੀਰਜ ਗਾਇਓ, ਗਰਭ ਕੋ ਗਰਭ ਗਾਇਓ,
रत मैना रत रखी पत रत पत है मोहन मोहे लिया मन मेरा। सतगुरां दे दर्शनां नाल राजा निहाल होया है। बेअंत कीमती भेटावां भेट करके सतगुरां दीयां खुशियां राजा रतन राय क्यों लै रहा है। महारानी माता ने रब दा लख लख शुक्र मनाया। रब दा लख लख शुक्र मनाया। बेटा जिस अमड़ी दा ओ चल के गुर चरना विच आया। बेटा जिस अमड़ी दा ओ चल के गुर चरना विच आया। सिद्दकी मर जूड़े ने प्यार विच लम्मे पंथ मुकाए। प्यार विच लम्मे पंथ मुकाए। अनमोल सौगातां नूं कंवर जी ले आनंदपुर आए। अनमोल सौगातां नूं कंवर जी ले आनंदपुर आए। शादी हाथी दे नाल सी एक चंदन दी चौंकी। पर शादी हाथी दे नाल सी एक चंदन दी चौंकी। अजीब वस्तुआं कई बेटा करियां राजे शौंकी। अजीब वस्तुआं कई बेटा करियां राजे शौंकी। शस्त्र एक पंच कला वख वख कौतिक कर दिखलाए। वख वख कौतिक कर दिखलाए। अनमोल सौगातां नूं कंवर जी ले आनंदपुर आए। अनमोल सौगातां नूं कंवर जी ले आनंदपुर आए। हीरे पुखराज जड़ी ओ सुंदर कलगी एक बनवाई। सुंदर कलगी एक बनवाई। जो पुतली गैरत दी ओ सुंदर श्री साहब टलवाई। जो पुतली गैरत दी सुंदर श्री साहब टलवाई। ओ समा मुबारक है, ओ समा मुबारक है। जीव जद गुरां दी टैल कमाए। जीव जद गुरां दी टैल कमाए। अनमोल सौगातां नूं कंवर जी ले आनंदपुर आए। अनमोल सौगातां नूं कंवर जी ले आनंदपुर आए।
ਵਸਤੂਆਂ ਦਾ ਕੀਤਾ ਭੇਟ ਗੁਰਾਂ ਨੂੰ ਢੋਆ। ਤਖਤਾਂ ਦੇ ਵਾਲੀ ਤੇ ਸਤਿਗੁਰ ਦਾ ਖਿਵੈ ਚੰਦੋਆ। ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦੇ ਸਿਰ ਤੇ ਤਿਨਾ ਕਮੀ ਨਾ ਕਾਈ। ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦੇ ਸਿਰ ਤੇ ਤਿਨਾ ਕਮੀ ਨਾ ਕਾਈ। ਖਾਵਣ ਪੀਵਣ ਭੋਗਣ ਪੁੰਚਣ ਭਾਗ ਉਹਨਾਂ ਦੇ ਆਈ। ਕਰਨ ਅਰਦਾਸ ਸਤਿਗੁਰੂ ਅੱਗੇ ਸਤਿਗੁਰ ਹੋ ਸਹਾਈ। ਕਰਨ ਅਰਦਾਸ ਸਤਿਗੁਰੂ ਅੱਗੇ ਸਤਿਗੁਰ ਹੋ ਸਹਾਈ। ਅੱਡਾ ਮੈਂ ਕੁਰਬਾਨ ਤਿਨਾਂ ਦੇ, 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 ਜਿਨ੍ਹਾਂ ਮਨ ਪ੍ਰਤੀਤ ਸਵਾਈ। ਕਲਗੀਆਂ ਵਾਲੇ ਦੀ ਜੱਗ ਤੋਂ ਸ਼ਾਨ ਵੱਖਰੀ, ਨਵਾਂ ਰੰਗ ਹੈ ਉਹਦੇ ਜੰਕਾਰਿਆਂ ਤੇ। ਛਿੱਟੇ ਅੰਮ੍ਰਿਤ ਦੇ ਨੈਣਾ ਵਿੱਚ ਜਦੋਂ ਮਾਰੇ, ਲਾਲੀ ਚੜ ਗਈ ਪੰਜਾਂ ਪਿਆਰਿਆਂ ਤੇ। ਨੀਲਾ ਦਲ ਅਸਵਾਰ ਸ਼ਾਹ ਨਾਚ ਕਰਦਾ, ਜਦੋਂ ਸ਼ਹਿਨਸ਼ਾਹ ਆਉਂਦੇ ਜੈਕਾਰਿਆਂ ਤੇ। ਸੇਜਾਂ ਮਖਮਲੀ, ਸੇਜਾਂ ਮਖਮਲੀ, ਸ਼ਰਮ ਵਿੱਚ ਡੁੱਬ ਮੋਈਆਂ। ਸੇਜਾਂ ਮਖਮਲੀ, ਸ਼ਰਮ ਵਿੱਚ ਡੁੱਬ ਮੋਈਆਂ। ਮਾਹੀ ਸੌਂ ਗਿਆ ਕੰਡੇ ਖਿਲਾਰਿਆਂ ਤੇ। ਉਹਦੇ ਨੈਣਾ ਵਿੱਚ, ਉਹਦੇ ਨੈਣਾ ਵਿੱਚ ਪਿਆਰ ਦਾ ਹੜ ਵਗਦਾ। ਉਹਦੇ ਨੈਣਾ ਵਿੱਚ ਪਿਆਰ ਦਾ ਹੜ ਵਗਦਾ। ਦਿਲ ਪਰ ਲੁੱਟਿਆ ਗਿਆ ਇਸ਼ਾਰਿਆਂ ਤੇ। ਇਹ ਪੰਜ ਵਸਤੂਆਂ ਦਾ, ਇਹ ਪੰਜ ਵਸਤੂਆਂ ਦਾ ਕੀਤਾ ਭੇਟ ਗੁਰਾਂ ਨੂੰ ਢੋਆ। ਇਹ ਪੰਜ ਵਸਤੂਆਂ ਦਾ ਕੀਤਾ ਭੇਟ ਗੁਰਾਂ ਨੂੰ ਢੋਆ। ਕੀਤਾ ਭੇਟ ਗੁਰਾਂ ਨੂੰ ਢੋਆ। ਜੀ ਤਖਤਾਂ ਦੇ ਵਾਲੀ ਤੇ ਸਤਿਗੁਰ ਦਾ ਖਿਵੈ ਚੰਦੋਆ। ਤਖਤਾਂ ਦੇ ਵਾਲੀ ਤੇ ਜੀ ਸਤਿਗੁਰ ਦਾ ਖਿਵੈ ਚੰਦੋਆ। ਕਲਗੀਧਰ ਪ੍ਰੀਤਮ ਦੀ, ਕਲਗੀਧਰ ਪ੍ਰੀਤਮ ਦੀ, ਨੂਰ ਜੀ ਲੀਲਾ ਲਖੀ ਨ ਜਾਏ, ਨੂਰ ਜੀ ਲੀਲਾ ਲਖੀ ਨ ਜਾਏ। ਅਨਮੋਲ ਸੁਗਾਤਾਂ ਨੂੰ ਕੰਵਰ ਜੀ ਲੈ ਅਨੰਦਪੁਰ ਆਏ। ਅਨਮੋਲ ਸੁਗਾਤਾਂ ਨੂੰ ਕੰਵਰ ਜੀ ਲੈ ਅਨੰਦਪੁਰ ਆਏ। 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 कबीर सतगुर सूर में कबीर सतगुर सूर में बाहया बान जो एक, लागत ही पोहे गिर परिया परा करे जे शेख। हजूर जी दे किरदारियां ने मन मोया, जैसा सतगुर सुनींदा तैसो ही मैं डीठ। सतगुरां दे दर्शन करके मन नूं कणी शांति प्राप्त होई। ਅਤੇ ਮਹਾਰਾਜ ਨੂੰ ਆਨੰਦ ਕਾਰਜ ਦਾ ਵਕਤ ਹੈ। ਮਹਾਰਾਜ ਜੀ ਦਾ, ਕਲਗੀਧਰ ਪਾਤਸ਼ਾਹ ਜੀ ਦਾ। ਕੋਟ ਕਪੂਰੇ ਦਾ ਜਿਹੜਾ ਸਰਦਾਰ ਹੈ ਕਪੂਰਾ ਬਰਾੜ, ਨੀਲਾ ਘੋੜਾ, ਉਹਨੇ ਮਹਾਰਾਜ ਨੂੰ ਭੇਟਾ ਕੀਤਾ ਆਨੰਦ ਕਾਰਜ ਦੇ ਸਮੇਂ। ਕਾਬਲ ਦੀ ਸੰਗਤ ਆਈ, ਮਹਾਰਾਜ ਨੂੰ ਪਸ਼ਮੀਨੇ ਦੀ ਚਾਂਦਣੀ, 2.5 ਲੱਖ ਰੁਪਈਆ ਉਸ ਦੀ ਕੀਮਤ ਹੈ। ਸੋਨੇ ਚਾਂਦੀ ਦੇ ਤਿੱਲੇ ਦਾ ਕੰਮ ਹੋਇਆ ਉਹਦੇ ਵਿੱਚ। ਉਹਨਾਂ ਨੇ ਉਹ ਭੇਟਾ ਕੀਤੀ।
ਰਾਜੇ ਨੇ ਮਹਾਰਾਜ ਨੂੰ ਪ੍ਰਸ਼ਾਦੀ ਹਾਥੀ 5 ਕਲਾ ਸ਼ਸਤਰ ਚੰਦਨ ਦੀ ਚੌਂਕੀ ਤੇ ਮਹਾਰਾਜ ਨੂੰ ਕਲਗੀ ਸੋਨੇ ਦੇ ਮੁੱਠੇ ਵਾਲੀ ਸ਼੍ਰੀ ਸਾਹਿਬ 5 ਕਾਬਲੀ ਦਰਿਆਈ ਘੋੜੇ ਹਜ਼ੂਰ ਜੀ ਨੂੰ ਬੇਅੰਤ ਕੀਮਤੀ ਇਦਾਂ ਭੇਟਾਵਾਂ ਭੇਟ ਕਰਕੇ ਸਤਿਗੁਰਾਂ ਦੇ ਆਨੰਦ ਕਾਰਜ ਸਮੇਂ ਵੀ ਇਹਨੇ ਹਾਜ਼ਰੀਆਂ ਭਰੀਆਂ ਕਈ ਮਹੀਨੇ ਆਨੰਦਪੁਰ ਸਾਹਿਬ ਰਹਿ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਜਿਵੇਂ ਜਿਵੇਂ ਮਹਾਰਾਜ ਜੀ ਦੇ ਕੋਲ ਰਿਹਾ ਮਨ ਕਰਕੇ ਹੋਰ ਨੇੜੇ ਹੁੰਦਾ ਰਿਹਾ ਜਾਣ ਲੱਗਾ ਆਖਣ ਲੱਗਾ ਮਹਾਰਾਜ ਤੁਹਾਡੇ ਵਿੱਚ ਤੇ ਖੁਦਾ ਵਿੱਚ ਕੋਈ ਅੰਤਰ ਨਹੀਂ ਮੈਂ ਪਰਮਾਤਮਾ ਵੇਖ ਲਿਆ ਖੁਦਾ ਵੇਖ ਲਿਆ ਤੁਹਾਡੇ ਦਰਸ਼ਨ ਕਰਕੇ ਕਦੇ ਸੈਦ ਖਾਨ ਨੇ ਫਾਰਸੀ ਵਿੱਚ ਕਿਹਾ ਸੀ ਦਰਸ਼ਨ ਕਰਕੇ ਖੁਦਾ ਆਇਦ ਕਿ ਮੈਂ ਆਇਦ ਖੁਦਾ ਬੰਦਾ हकीकत दर मजाज आयद के मुर्दा रा कुनद जिंदा आखन लगा लोको रब आ गया बंदे दे रूप विच रब आ गया ते जिन्हें मेरे मुर्दा शरीर विच जान पा के रख दी कलगीधर जी दे दर्शन करके सैयद खान जरनैल वर्गे इदां कह उठे सन माधोदास वर्गे बंदा सिंह बन गए ते अज राम रतन राय दर्शन करके सतगुरां दे चरनां दा भौरा बनिया कई महीने संगत मान के रंग चढ़िया गुरु दे दर्शन दा सतगुरां कोलों आग्या लैके सिरों पाओ लैके सन्मान प्यार लैके सतगुरां दा नूरानी मुखड़ा सदा वास्ते अपने हिरदे विच वसा के परिवार गौरीपुर नूं चलिया गया ते गुरु गुरु जपदा रहा इसलिए इदां नौवें पातशाह जी दे बचनां नाल इस रतन राय दा जन्म होया इहदे मस्तक उत्ते गुरु दरबार दी मोहर लगी ते शुकराने वास्ते परिवार आनंदपुर साहिब आया ते बेअंत इन्हां ने कीमती भेटावां भेट कीतियां उन्हां ही भेटावां नूं तक के कदे पहाड़ी राजा भीमचंद सड़वल के कोला हो गया सी भी जेड़ियां भेटावां महाराज दे दरबार ने किते मेरे दरबार विच हुंदियां ते मेरे दरबार की शान निराली होनी सी अंदाजा आप संगत ला सकते हो भी वह भेटावां किन्नियां कीमती इन्हें भेटा कीतियां होणगियां भी जेड़ा रियासत का राजा भी सड़ बल के कोला हो गया भी ये चीज़ां मेरे दरबार में क्यों नहीं। वो भंगाणी का युद्ध इतिहास वखरा है फिर कभी वक्त बनया कोई इतिहास आप जी के सन्मुख अर्ज किया जाएगा। इतनी हाज़री आप जी ने प्रवान करनी होइयां बेअंत भुल्लां चुकां दी खिमा हाऊं आप हो बोल ना जानदा मैं कहया सब हुकमाओ जी। सतगुरु गुरु ग्रंथ साहिब महाराज जी का कोटान कोट शुक्र है जिन्होंने तरस करके सेवा ली जिथे सतगुरु जी का कोटान कोट शुक्र है उत्थे गुरुद्वारा साहब की प्रबंधक कमेटी का प्रबंधक वीरां का नगर की सारी साध संगत का देश विदेश में बैठिया सारिया संगतां का सतगुरु जी की बख्शिश के पात्र सारिया संगतां का बहुत बहुत दिल दी गहराइयां तो धन्यवाद। साडे सत्कारयोग प्यार वाले सरपंच सरदार दिलबाग सिंह जी उन्होंने चढ़ती कला दियां दातां महाराज बख्शिश करन उन्होंने गुर इतिहास के मान विच बड़े प्यार नाल गुर इतिहास माया भी अर्ज कराई है जथे नूं बड़ा वड्डा स्नेह ते प्यार बख्शदे ने। सतगुरु उन्होंने चढ़ती कला तंदुरुस्तियां लंबी दीर्घायु बख्शण इसे तरह नगर की अगवाई करते रहन सेवा महाराज उन्होंने तो आप लैन प्यार सत्कार दे नाल। सरदार सविंदर सिंह जी सेठ उन्हों का दिल दियां गहराइयां तो धन्यवाद। डायरैक्टर मार्केट कमेटी गहरी मंडी तो उन्होंने भी दिल दियां गहराइयां तो धन्यवाद। समूह मैंबर पंचायत वडाला जाओल सारियां दी चढ़ती कला की अरदास सतगुरां दे चरनां विच करदे हां। इसे तरह महाराज आप जी सारियां संगतां नूं एकता इतफाक प्यार भावना बख्शी रखन अते महान इदां गुरमत समागम आप जी दे नगर विच इसे तरह सतगुरु करवाउंदे रहन। दमदमी टकसाल ईस्ट लंडन तो साडे बहुत ही प्यार वाले वीर हरसिमरन सिंह जी उन्हों का भी दिल दियां गहराइयां तो धन्यवाद। अति सत्कारयोग सिख पंथ के महान विद्वान ज्ञानी बलवीर सिंह जी यूके वाले जेडे दुनिया भर में विचर के सब ती उत्तम हर की कथा सतगुरां दी अमृतमय बाणी की कथा दुनिया भर में संगत नूं सरवण करवा के प्राणियां नूं गुरु चरनां नाल जोड़ते हैं। उन्हों का दिल दियां गहराइयां तो बहुत बहुत धन्यवाद। अति सत्कारयोग बाबा सज्जन सिंह जी बेर साहब वाले वो भी लंबे समय तो महाराज के चरणों में हाज़रियां पा रहे हैं। कल भी उन्होंने हाज़री लगवाई अज भी हाज़री पा रहे हैं। उन्होंने जी आया अते बहुत बहुत धन्यवाद। अति सत्कारयोग बाबा भुपिंदर सिंह जी सदर वाले नगर तो उन्होंने हाज़रियां कल भी हाज़री उन्होंने लगवाई समुचे जथे दे समेत बड़ा लम्मा पैंडा करके आए ने। अज भी उन्होंने हाज़रियां लगवाइया ने। दसरियां दे जथे वालों प्रबंधक वीरां वालों सारियां संगतां वालों उन्होंने भी जी आया। निर्वैर टीवी वाले वीरां दा बहुत बहुत धन्यवाद। अकाल चैनल वाले वीरां दा बहुत बहुत धन्यवाद। गुरु के वजीर गुरु के ग्रंथी सिंह साहबान उन्हों का धन्यवाद। साडे बहुत ही प्यार वाले नगर विचों गुरु दरबार के गुरु के रागी सिंह भाई बचित्र सिंह जी उन्हों का दिल दियां गहराइयां तो धन्यवाद। वीर वरिंदर सिंह जी उन्हों का धन्यवाद। साउंड वाले वीर जी का सारियां दा बहुत बहुत धन्यवाद। बड़े सोहने तरीके नाल उन्होंने सारी सेवा निभाई। वड्डी गिणती विच संगत ने हाज़री भरी 12 का टाइम हो गया पर आप जी गुरु के चरणों में बड़े प्यार नाल चौंकड़े लगा के बैठे हो। सारियां संगतां नूं जी आया होइयां बेअंत पुल्लां चुकां दी खिमा। किसानी अंदोलन जो दिल्ली विखे चल रहा है उहदी चढ़दी कला की अरदास असीं सतगुरां दे चरणों में करदे हां ते वड्डी गिणती विच आपां
ਉੱਥੇ ਹਾਜ਼ਰੀਆਂ ਵੀ ਭਰਨੀਆਂ ਨੇ ਤਾਂ ਜੋ ਮੋਰਚਾ ਜਿਹੜਾ ਹੈ ਉਹ ਫਤਿਹ ਹੋਵੇ। ਚੜ੍ਹਦੀ ਕਲਾ ਦੀ ਅਰਦਾਸ ਸਤਿਗੁਰਾਂ ਦੇ ਚਰਨਾਂ ਵਿੱਚ ਹੈ। ਇਤਨੀ ਹਾਜ਼ਰੀ ਪ੍ਰਵਾਨ ਕਰਨੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਗੁਰਮਤਿ ਸਮਾਗਮ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈ। ਅਸੀਸ ਬਖਸ਼ੋ, ਫਤਿਹ ਬੁਲਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।